ਪੰਜਾਬੀ ਅਕੈਡਮੀ ਤੇ ਕੀਮਤੀ ਗੱਲਾਂ ਦੇ ਰਲਵੇਂ ਮੰਚ ਤੇ ਸਭ ਸੱਜਣਾ ਮਿੱਤਰਾਂ ਨੂੰ ਜੀ ਆਇਆਂ ਨੂੰ ਆਖਦਿਆਂ ਹੋਇਆਂ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਦੋਸਤਾਂ ਨੇ ਪੋਸਟ ਵੇਖੀ ਕਿ ਅੱਜ ਦੇ ਸਾਡੇ ਦੋ ਅਚੇਚੇ ਪ੍ਰਾਹੁਣੇ, ਦੋ ਸ਼ਾਇਰ ਅਸੀਂ ਜਿੱਦਾਂ ਨਵਾਂਪਨ ਨਵੇਕਲਾਪਨ ਲਿਆ ਰਹੇ ਹਾਂ ਕਿ ਇਹ ਕੁਝ ਦੋ ਦੋ ਜੋੜੇ ਜੋੜੇ ਕਰਕੇ ਸ਼ਾਇਰ ਬੁਲਾਈਏ। ਤੇ ਵੈਸੇ ਤਾਂ ਸੁਣਿਆ ਸੀ ਕਿ ਜੋੜੇ ਅਸਮਾਨਾਂ ਤੇ ਬਣਦੇ ਨੇ, ਲੇਕਿਨ ਆਲੇ ਦੁਆਲੇ ਬਣਦੇ ਵੇਖੇ ਨੇ ਅਸਾਂ ਜੋੜੇ। ਔਰ ਅੱਜ ਜਿਹੜੇ ਦੋ ਸ਼ਾਇਰ ਮਾਣਯੋਗ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਤੇ ਮੇਰੇ ਲਈ ਖੁਦ ਬੜੀ ਇਹ ਮਾਣਯੋਗ ਗੱਲ ਹੈ, ਇਹ ਖੁਸ਼ਬਖਤੀ ਦੀ ਗੱਲ ਹੈ ਕਿ ਨਸੀਰ ਅਹਿਮਦ ਸਾਹਿਬ ਜਿਹੜੇ ਵੀ ਉਸਤਾਦ ਨੇ ਔਰ ਅੱਜ ਦੇ ਜਿਹੜਾ ਮੁਸ਼ਾਇਰਾ ਹੈ ਸਾਡਾ ਤਿੰਨ ਲੋਕਾਂ ਦਾ, ਉਹਦੇ ਅੱਜ ਪ੍ਰਧਾਨ ਵੀ ਨੇ। ਕਿਉਂਕਿ ਕਹਿੰਦੇ ਨੇ ਬਗੈਰ ਇਮਾਮ ਤੋਂ ਜਾਂ ਮੁਰਸ਼ਦ ਦੇ ਮੁਕੰਮਲ ਨਹੀਂ ਹੁੰਦੀ। ਬਾਅਦ ਮੁਰਸ਼ਦ ਨੇ ਕਾਮਲ ਬਾਹੂ ਜਈ ਨੀਤੀ ਜਈ ਨਾ ਨੀਤੀ ਹੋ। ਤੇ ਨਸੀਰ ਅਹਿਮਦ ਸਾਹਿਬ ਬਹੁਤ ਆਲਾ ਸ਼ਾਇਰ ਨੇ, ਕਹਾਣੀਕਾਰ ਨੇ, ਨਕਾਦ ਨੇ, ਔਰ ਇਹਨਾਂ ਤੋਂ ਵੱਧ ਕੇ ਇਹਨਾਂ ਦਾ ਇੱਕ ਹਵਾਲਾ ਹੈ ਕਿ ਉਹ ਮਾਂ ਬੋਲੀ ਦੇ ਬੜੇ ਸੁੱਚੇ ਸੇਵਕ ਨੇ। ਅੱਜ ਕੱਲ੍ਹ ਪੰਜਾਬੀ ਸੰਗਤ ਪਾਕਿਸਤਾਨ ਦੇ ਸੈਕਟਰੀ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ, ਤੇ ਉਹਨਾਂ ਦੇ ਨਾਲ ਹੀ ਨਾਲ ਲਾਹੌਰ ਸ਼ਹਿਰ ਤੋਂ ਦੂਜੀ ਜਿਹੜੀ ਨਵੇਕਲੀ ਤੇ ਨਵੀਂ ਆਵਾਜ਼ ਤੇ ਹੈਰਾਨ ਕਰ ਦੇਣੇ ਵਾਲੀ ਆਵਾਜ਼ ਜਿਹੜੀ ਉਹ ਸਾਡੇ ਕੋਲ ਅਲੀ ਜੋਸ਼ਾ। ਤੇ ਇਹ ਦੋ ਸ਼ਾਇਰ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਅੱਜ ਦੀ ਜਿਹੜੀ ਇਹ ਅਸੀਂ ਇਹਨੂੰ ਕਹਿੰਦੇ ਹਾਂ ਕਿ ਪੋਇਟਿਕ ਮੀਟ ਨਾ ਜੀ, ਜਿਵੇਂ ਸ਼ਾਇਰਾਂ ਨਾਲ ਮਿਲਣਾ ਵੀ ਤੇ ਉਹਨਾਂ ਬਾਰੇ ਜਾਣਨਾ ਵੀ। ਤੇ ਇਹ ਹੋਸਟ ਲਈ ਅਜ਼ਮਾਇਸ਼ ਹੋ ਜਾਂਦੀ ਹੈ ਕਿ ਦੋ ਵੱਡੇ ਔਰ ਸਾਹਿਬੇ ਤਰਜ਼ ਔਰ ਸੋਹਣੇ ਸ਼ਾਇਰ ਹੋਣ, ਉਹਨਾਂ ਦੀ ਹਯਾਤੀ ਬਾਰੇ ਵੀ ਪੁੱਛਣਾ ਹੈ ਤੇ ਉਹਨਾਂ ਦੀ ਸ਼ਾਇਰੀ ਵੀ ਸੁਣਨੀ। ਲੇਕਿਨ ਕੋਸ਼ਿਸ਼ ਕਰਨਾ ਕਿ ਇਹਨੂੰ ਮੈਨੇਜ ਕਰ ਲਈਏ। ਉਸਤਾਦ ਨਾਲ ਦੇ ਹੋਇਆ ਮੈਨੂੰ ਲੱਗਦਾ ਮੈਨੇਜ ਹੋ ਜਾਏਗਾ। ਕਿ ਪਹਿਲੇ ਤਾਂ ਅਸੀਂ ਜੇ ਆਪਣੇ ਸੁਣਨ ਵਾਲਿਆਂ ਨੂੰ ਥੋੜਾ ਥੋੜਾ ਦੱਸਣਾ ਚਾਹਾਂਗੇ ਤੁਹਾਡੀ ਹਯਾਤੀ ਬਾਰੇ, ਕਿਉਂਕਿ ਸਭ ਤੋਂ ਜਾਣਨਾ ਚਾਹ ਰਹੇ ਹੁੰਦੇ ਨੇ ਕਿ ਜਿਹੜਾ ਇਹ ਸ਼ਾਇਰ ਇਹਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ, ਸ਼ੇਰੀ ਔਰ ਅਦਬੀ। ਤੇ ਪਹਿਲਾਂ ਅਸੀਂ ਅਲੀ ਜੋਸ਼ਾ ਨੂੰ ਪੁੱਛਾਂਗੇ ਕਿ ਤੁਸੀਂ ਦੱਸੋ ਤੁਹਾਡਾ ਜਿਹੜਾ ਇਹ ਸ਼ਾਇਰੀ ਨਾਲ ਜੁੜਤ ਹੈ ਜਾਂ ਸ਼ੇਰੀ ਅਦਬੀ ਸਫ਼ਰ ਇਹ ਕਿੱਥੋਂ ਸ਼ੁਰੂ ਹੋਇਆ? ਅਸਲਾਮ ਅਲੈਕੁਮ ਦੋਸਤੋ, ਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿੰਨੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਖੁਸ਼ ਆਮਦੀਦ ਔਰ ਸਾਨੂੰ ਖੁਸ਼ੀ ਹੈ। ਮਾਈਕ ਨੇੜੇ ਕਰ ਲਓ, ਆਵਾਜ਼ ਘੱਟ ਆ ਰਹੀ ਹੈ। ਜੀ ਜੀ। ਤੇ ਸਰ ਹੈਗਾ ਕਿ ਸਾਡੇ ਚੜ੍ਹਦੇ ਪੰਜਾਬ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਡੇ ਲਹਿੰਦੇ ਪੰਜਾਬ ਨੂੰ ਅਸਲਾਮ ਅਲੈਕੁਮ, ਆਦਾਬ। ਜਿੰਨੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਜੀ ਸਮਝੋ ਕਿ ਖੁਸ਼ ਆਮਦੀਦ ਜੀ। ਔਰ ਮਲਕ ਸਾਹਿਬ ਜਿਹੜੀ ਸ਼ਾਇਰੀ ਦਾ ਹੈਗਾ ਕਿ ਸ਼ਾਇਰੀ ਇਨਸਾਨ ਦੇ ਮੈਂ ਸਮਝਣਾ ਕਿ ਜਮਾਂਦਰੂ ਹੀ ਨਾਲ ਹੁੰਦੀ ਹੈ। ਕੋਈ ਵੀ ਸ਼ਾਇਰ ਜਿਹੜਾ ਹੈਗਾ ਅਸੀਂ ਬਣ ਨਹੀਂ ਸਕਦੇ। ਔਰ ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ ਕਿ ਸਕੂਲ ਦੌਰ ਤੋਂ ਹੀ, ਬਚਪਨ ਤੋਂ ਹੀ, ਜਦੋਂ ਸਕੂਲ ਦੇ ਵਿੱਚ ਸਾਡੀਆਂ ਕਲਾਸਾਂ ਦੇ ਵਿੱਚ ਸੀ ਅਦਬੀ ਪ੍ਰੋਗਰਾਮ ਹੁੰਦੇ ਸਨ, ਉਹਨਾਂ ਵਿੱਚ ਤੁਹਾਨੂੰ ਤਹਿਰੀਕ ਸਾਡੀ ਉਦੋਂ ਸ਼ੁਰੂ ਹੋਈ ਔਰ ਅਸੀਂ ਇੱਧਰ ਰਾਗਬ ਹੋ ਗਏ। ਕੁਛ ਸਾਡਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਸਾਨੂੰ ਸਾਡੇ ਜਿਹੜੇ ਦੋਸਤ ਮਿਲੇ ਸਨ ਉਹ ਇਸ ਤਰ੍ਹਾਂ ਦੇ ਮਿਲੇ ਸਨ ਕਿ ਸਾਨੂੰ ਸ਼ਾਇਰੀ ਵੱਲ ਲੈ ਆਏ ਜੀ। ਚਲੋ ਜੀ, ਇਹ ਤਾਂ ਬੜਾ ਅੱਛਾ ਦੋਸਤਾਂ ਨੂੰ ਪਤਾ ਚੱਲਿਆ ਤੁਹਾਡੇ। ਅੱਛਾ, ਜੇ ਕਹਿੰਦੇ ਲਾਹੌਰ ਸ਼ਹਿਰ ਹੈ, ਲਾਹੌਰ ਇਹਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਜੀ ਜੀ। ਇਹਦੇ ਵਿੱਚ ਵਸਣ ਵਾਲੇ ਲੋਕ ਵੀ ਦਿਲਦਾਰ ਲੋਕ ਨੇ, ਬੜੀ ਸੋਹਣੀ ਕਲਾਮ ਔਰ ਸ਼ਾਇਰੀ। ਤੁਹਾਡੀ ਅੱਜ ਕੱਲ੍ਹ ਇੱਕ ਬੋਲੀ ਬੜੀ ਜਿਹੜੀ ਹਿੱਟ ਹੋਈ ਅੱਜ ਕੱਲ੍ਹ, ਉਹ ਵੀ ਤੁਹਾਡੇ ਕੋਲ ਸੁਣਾਂਗੇ। ਕੁਛ ਸਖਤ ਗੱਲ ਤੁਸੀਂ ਕਰਦੇ ਹੋ ਬੜੀ ਨਾ ਲਾਹੌਰ ਵਾਲੇ। ਤੇ ਉਹ ਕਹਿੰਦੇ ਲਾਹੌਰੋਂ ਜਿਹੜਾ ਰਿਵਾਜ ਬਣਦਾ ਨਾ ਲਾਹੌਰੋਂ, ਉਹ ਪੂਰੇ ਮੁਲਕ 'ਚ ਔਰ ਦੋਵਾਂ ਸੂਬਿਆਂ 'ਚ, ਦੋਵਾਂ ਮੁਲਕਾਂ 'ਚ ਫੈਲ ਜਾਂਦਾ। ਲਾਹੌਰ ਵਾਲੇ ਲੋਕ ਨੇ। ਤੇ ਅਸੀਂ ਉਹ ਨਸੀਰ ਸਾਹਿਬ ਨੂੰ ਪੁੱਛਣਾ ਚਾਹਾਂਗੇ ਕਿ ਉਸ ਤੋਂ ਬਾਅਦ ਅਸੀਂ ਕਲਾਮ ਵੱਲ ਆਉਂਦੇ ਹਾਂ ਕਿ ਨਸੀਰ ਸਾਹਿਬ ਦਾ ਜਿਹੜਾ ਸ਼ੇਰੀ ਅਦਬੀ ਸਫ਼ਰ ਹੈ ਔਰ ਜੁੜਤ ਇਹਨਾਂ ਦੀ, ਇਹ ਕਿਸ ਤਰ੍ਹਾਂ ਸ਼ੁਰੂ ਹੋਈ, ਇਹਦਾ ਪਹਿਲਾ ਨੁਕਤਾ ਕੀ ਹੈ? ਸਰ ਬਹੁਤ ਸ਼ੁਕਰੀਆ ਦੋਸਤਾਂ ਦਾ। ਮੈਂ ਜਿਸ ਤਰ੍ਹਾਂ ਕਿ ਕੁਝ ਦੋਸਤਾਂ ਨੂੰ ਪਤਾ ਹੈ ਕਿ ਅਸੀਂ ਸ਼ਹਿਰਦਾਰ ਹਾਂ, ਯਾਨੀ ਅੰਦਰੂਨ ਲਾਹੌਰ ਦੇ ਹਾਂ ਜੀ ਜੀ। ਸੋ ਅੰਦਰੂਨ ਲਾਹੌਰ ਦੇ ਵਿੱਚ ਕੂਚਾ ਮੀਆਂ ਜੁਮਾ ਹੈ ਜਿੱਥੇ ਮੈਂ ਪੈਦਾ ਹੋਇਆ। ਔਰ ਉਹਦੇ ਬਾਅਦ ਅਜੇ ਮੈਂ ਸਕੂਲ ਪੜ੍ਹਦਾ ਸੀ ਤੇ ਅਸੀਂ ਮਾਡਲ ਟਾਊਨ ਸ਼ਿਫਟ ਹੋ ਗਏ। ਤੇ ਪੜ੍ਹਦਾ ਮੈਂ ਗਵਰਨਮੈਂਟ ਸੈਂਟਰ ਮਾਡਲ ਸੀ, ਤੇ ਸੈਂਟਰ ਮਾਡਲ ਤੋਂ ਲੈ ਕੇ ਮਾਡਲ ਟਾਊਨ ਆਉਣ ਤੱਕ ਰਸਤੇ ਵਿੱਚ ਇੱਕ ਹਸਪਤਾਲ ਰੋਡ ਪੈਂਦਾ, ਹੁਣ ਮੇਓ ਹਸਪੀਟਲ ਦੇ ਕੋਲ ਉਹਨੂੰ ਹਸਪਤਾਲ ਰੋਡ ਕਹਿੰਦੇ ਨੇ। ਉੱਥੇ ਬਹੁਤ ਸਾਰੇ ਖਤਾਤ ਬੈਠੇ ਹੁੰਦੇ ਸੀ, ਬਹੁਤ ਸਾਰੇ ਕਾਤਬ। ਸੋ ਪਹਿਲੀ ਦਫਾ ਮੈਂ ਜਿਸ ਇਲਮ ਤੋਂ, ਜਿਸ ਫਨ ਤੋਂ, ਜਿਸ ਕਲਾ ਤੋਂ ਮੁਤਾਸਰ ਹੋਇਆ ਉਹ ਖਤਾਤੀ ਸੀ, ਕੈਲੀਗ੍ਰਾਫੀ। ਸੋ ਮੈਂ ਆਉਂਦਾ ਜਾਂਦਾ ਸੀ, ਮੈਂ ਉੱਥੇ ਇੱਕ ਬਜ਼ੁਰਗ ਉਸਤਾਦ ਸਨ, ਉਹਨਾਂ ਕੋਲ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ।
ਤੇ ਕੈਲੀਗ੍ਰਾਫੀ ਦੇ ਰਾਹੀਂ ਹੀ ਮੈਨੂੰ ਜਿਹੜਾ ਨਾ ਉਹ ਸ਼ਾਇਰੀ ਦਾ ਸ਼ੌਕ ਪਿਆ ਤੇ 8th ਕਲਾਸ ਤੋਂ ਫਿਰ ਮੈਂ ਪੰਜਾਬੀ ਸ਼ਾਇਰੀ ਵੱਲ ਆ ਗਿਆ 8th ਦੇ ਵਿੱਚ ਸੀ ਫਿਰ ਮੈਂ ਜਿਹੜਾ ਪੰਜਾਬੀ ਕਲਾਸਿਕਸ ਪੜ੍ਹਨਾ ਸ਼ੁਰੂ ਕੀਤੇ ਹਿੰਦੀ ਸਿੱਖੀ ਗੁਰਮੁਖੀ ਸਿੱਖੀ ਔਰ ਇਧਰ ਆ ਗਿਆ ਉਹਦੇ ਬਾਅਦ ਫਿਰ 90 ਦੀ ਦਹਾਈ ਦੇ ਵਿੱਚ ਜਦੋਂ ਉਸਤਾਦ ਦਾਮਨ ਹੋਰਾਂ ਦੀ ਕਿਤਾਬ ਪਹਿਲੀ ਦਫਾ ਛਪੀ ਹੈ ਤੇ ਉਦੋਂ ਮੈਂ ਦਾਮਨ ਅਕੈਡਮੀ ਨਾਲ ਮੁਨਸਲਿਕ ਹੋ ਗਿਆ ਤੇ ਉੱਥੇ ਫਿਰ ਮੈਨੂੰ ਸਾਈਂ ਅਖਤਰ ਲਾਹੌਰੀ ਹੋਰਾਂ ਦੀ ਜਿਹੜੀ ਨਾ ਉਹ ਬਕਾਇਦਾ ਉਹਨਾਂ ਦੀ ਸ਼ਾਗਿਰਦੀ ਚ ਮੈਂ ਚਲਾ ਗਿਆ ਔਰ ਉਹਨਾਂ ਦੀ ਜਿਹੜੀ ਸ਼ਫਕਤ ਹੈ ਉਹ ਉਹਦੇ ਨਾਲ ਨਾਲ ਫਿਰ ਮੈਂ ਟੁਰ ਪਿਆ ਕਿਤਾਬ ਦਾ ਸ਼ੌਕ ਵੀ ਮੈਨੂੰ ਉੱਥੋਂ ਹੀ ਪਿਆ ਫਿਰ ਬਸ ਮੈਂ ਚੱਲਦਾ ਗਿਆ ਇਹੀ ਨੁਕਤਾ ਆਗਾਜ਼ ਸੀ ਖਤਾਤੀ ਤੋਂ ਬਾਅਦ ਫਿਰ ਬਰਾਹ ਰਾਸਤ ਸ਼ਾਇਰੀ। ਵਾਹ ਅੱਛਾ ਇਹ ਬੜੀ ਸੋਹਣੀ ਗੱਲ ਹੈ ਜੀ ਮੈਂ ਭੁੱਲ ਗਿਆ ਸਾਂ ਤੁਹਾਡੇ ਖਤਾਤੀ ਦਾ ਉਮਰ ਵੀ ਤੁਹਾਨੂੰ ਮਾਲਕ ਨੇ ਦਿੱਤਾ ਹੈ ਅਸਲ ਜੇ ਇੱਕ ਬੰਦੇ 'ਚ ਇੰਨਾ ਵੱਡਾ ਪੈਕੇਜ ਹੈ ਕਿ ਉਹ ਚੀਜ਼ਾਂ ਭੁੱਲ ਜਾਂਦੀਆਂ ਨੇ। ਅੱਛਾ ਨਸੀਰ ਬਾਈ ਦੀ ਜ਼ਾਤੀ ਜ਼ਿੰਦਗੀ ਇਹਨਾਂ 'ਚ ਮੇਰੇ ਚੁੱਕੇ ਦੋਸਤ ਨੇ ਇਹਨਾਂ ਤੋਂ ਬਹੁਤ ਸਿੱਖਣ ਦਾ ਮੌਕਾ ਮਿਲਿਆ। ਪਿਛਲੇ ਸਾਲ ਮੈਂ ਸੈਕਟਰੀ ਸਾਂ ਪੰਜਾਬੀ ਸੰਗਤ ਪਾਕਿਸਤਾਨ ਦਾ ਤੇ ਇਹਨਾਂ ਦੀ ਬੜੀ ਰਹਿਨੁਮਾਈ ਮੈਨੂੰ ਹਾਸਲ ਰਹੀ ਔਰ ਇਹ ਵਾਹਦ ਬੰਦੇ ਨੇ ਲਾਹੌਰ 'ਚ ਜਿਨ੍ਹਾਂ ਨੇ ਪੰਜਾਬੀ ਦਾ ਕੋਈ ਲਾਹੌਰ 'ਚ ਇਵੈਂਟ ਹੋਵੇ ਕੋਈ ਬੰਦਾ ਪੰਜਾਬੀ ਦਾ ਕੰਮ ਕਰੇ ਇਹਨਾਂ ਜ਼ਰੂਰ ਮੋਢਾ ਲਾਣਾ ਹੈ ਔਰ ਪਹੁੰਚਣਾ ਹੈ। ਅੱਛਾ ਨਸੀਰ ਸਾਹਿਬ ਦੇ ਖਾਸ ਸਵਾਲ ਮੇਰੇ ਦਿਲ 'ਚ ਆਉਂਦਾ ਸੀ ਕਿਉਂਕਿ ਇਹਨਾਂ ਤੇ ਮਾਲਕ ਦਾ ਖਾਸ ਮਿਹਰ ਰਹੀ ਕਿ ਇਹਨਾਂ ਨੇ ਕੈਂਸਰ ਜਿਹੀ ਮੂਜ਼ੀ ਬਿਮਾਰੀ ਨਾਲ ਵੀ ਇਹਨਾਂ ਪੰਜਾ ਲੜਾਇਆ ਔਰ ਉਹਨੂੰ ਸ਼ਿਕਸਤ ਦਿੱਤੀ ਔਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਜੋ ਇੰਨੀ ਸਖਤ ਬਿਮਾਰੀ ਇੰਨੀ ਤਕਲੀਫ ਤੁਸੀਂ ਕੱਟੀ ਉਹਦੇ 'ਚੋਂ ਨਿਕਲਣ 'ਚ ਤੁਹਾਨੂੰ ਤੁਹਾਡੇ ਸ਼ੇਰੀ ਜਿਹੜਾ ਸੀ ਮਤਲਬ ਸ਼ਾਇਰ ਹੋਣ ਨੇ ਵੀ ਕਿਤੇ ਮਦਦ ਦਿੱਤੀ ਤੁਹਾਨੂੰ ਉਹਦੇ 'ਚੋਂ ਇਹ ਤੁਹਾਡਾ ਸ਼ਾਇਰ ਅਦੀਬ ਹੋਣਾ ਵੀ ਉਹਦੇ 'ਚ ਕਿਤੇ ਹੌਸਲਾਮੰਦ ਹੋਇਆ? ਜੀ ਬਿਲਕੁਲ ਮੈਂ ਚੁੱਕ ਕੀਮੋਥੈਰੇਪੀ ਦਾ ਜਿਹਨਾਂ ਲੋਕਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਉਹ ਟਾਈਮ ਹੁੰਦਾ ਨਾ ਉਹ ਬੜਾ ਮੁਸ਼ਕਿਲ ਹੁੰਦਾ ਹੈ ਪੇਸ਼ੈਂਟ ਵਾਸਤੇ ਉਹ ਟਾਈਮ ਕੱਢਣਾ ਬਹੁਤ ਤਕਲੀਫ ਤੇ ਹੁੰਦਾ ਹੈ। ਸੋ ਉਸ ਦੌਰਾਨ ਮੈਂ ਸ਼ਾਇਰੀ ਦੀ ਮਸ਼ਕ ਕਰਦਾ ਸੀ ਥੋੜੀ ਦੇਰ ਵਾਸਤੇ ਮੇਰੀ ਤਬੀਅਤ ਠੀਕ ਹੋ ਜਾਂਦੀ ਸੀ ਤੇ ਮੈਂ ਆਨਲਾਈਨ ਆ ਜਾਂਦਾ ਸੀ ਦੋਸਤਾਂ ਨੂੰ ਮਿਲਦਾ ਸੀ ਔਰ ਸਭ ਤੋਂ ਜ਼ਿਆਦਾ ਜਿਹੜੇ ਮੇਰੇ ਲਾਹੌਰ ਦੇ ਸ਼ਾਇਰ ਦੋਸਤ ਨੇ ਮੇਰੀ ਅੱਧੀ ਬਿਮਾਰੀ ਉਹਨਾਂ ਨੇ ਕੱਟੀ ਹੈ ਮਸਲਨ ਉਹ ਕੋਈ ਨਾ ਕੋਈ ਆ ਹੀ ਜਾਂਦਾ ਸੀ। ਮੁਰਲੀ ਚੌਹਾਨ ਨੇ ਸਾਡੇ ਦੋਸਤ ਬਹੁਤ ਔਰ ਬੇਸ਼ੁਮਾਰ ਦੋਸਤ ਐਸੇ ਨੇ ਅੰਜੁਮਨ ਤਰੱਕੀ ਪਸੰਦ ਮੁਸੰਨਫੀਨ ਵਾਲੇ ਨੇ ਪੰਜਾਬੀ ਸੰਗਤ ਪਾਕਿਸਤਾਨ ਵਾਲੇ ਸਨ ਪੰਜਾਬੀ ਅਦਬੀ ਸੰਗਤ ਵਾਲੇ ਸਨ ਕੋਈ ਨਾ ਕੋਈ ਦੋਸਤ ਆਏ ਹੀ ਰਹਿੰਦੇ ਸਨ ਔਰ ਉੱਥੇ ਹਾਲਾਂਕਿ ਡਾਕਟਰ ਦੀ ਬਹੁਤ ਸਖਤ ਇੰਸਟਰਕਸ਼ਨ ਸੀ ਕਿ ਤੁਹਾਡੇ ਕਮਰੇ 'ਚ ਨਾ ਆਣ ਲੇਕਿਨ ਉਹ ਮੈਂ ਡਾਕਟਰ ਨੂੰ ਕਿਹਾ ਮੈਂ ਕਿਹਾ ਤੂੰ ਮੈਨੂੰ ਕੈਂਸਰ ਤੋਂ ਬਚਾਏਂਗੇ ਮੈਂ ਕਿਸੇ ਹੋਰ ਬਿਮਾਰੀ ਨਾਲ ਮਰ ਜਾਵਾਂਗਾ ਮੈਂ ਅਗਰ ਦੋਸਤ ਯਾਰ ਨਾ ਆਏ ਤਾਂ ਦੋਸਤ ਜਿਹੜੇ ਨੇ ਉਹ ਆਂਦੇ ਰਹਿੰਦੇ ਸਨ ਔਰ ਉਹ ਬਹੁਤ ਜ਼ਿਆਦਾ ਉਹਦੇ ਨਾਲ ਹੌਸਲਾ ਹੁੰਦਾ ਸੀ ਔਰ ਉਹਨਾਂ ਦੀ ਮੌਜੂਦਗੀ 'ਚ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਟਾਈਮ ਕਿਸ ਤਰ੍ਹਾਂ ਗੁਜ਼ਰ ਗਿਆ ਹੈ ਬਸ ਉਹਦੀ ਮੈਂ ਸਮਝਦਾ ਵਾਂ ਕਿ ਅਸਲ ਵਜ੍ਹਾ ਇਹੀ ਹੈ ਕਿ ਯਾਰ ਦੋਸਤ ਸਨ ਸਾਰਿਆਂ ਨੇ ਰਲ ਕੇ ਜਿਹੜਾ ਨਾ ਉਹ ਮੇਰੀ ਬਿਮਾਰੀ ਵੰਡਾ ਲਈ। ਅੱਛਾ ਨਸੀਰ ਭਾਈ ਕੋਈ ਆਵਾਜ਼ ਗੂੰਜ ਰਹੀ ਹੈ ਕਿ ਤੁਸੀਂ ਲਾ ਕੇ ਵੇਖੋ ਏਅਰਫੋਨ ਤੇ ਫਿਰ ਦੇਖੋ ਆਵਾਜ਼ ਕੈਸੀ ਆਉਂਦੀ ਇਸ ਤੋਂ ਬਗੈਰ ਵੀ ਮੋਬਾਈਲ ਨਾਲ ਉਹ ਕੋਈ ਬਾਜ਼ ਗਸ਼ਤ ਆ ਰਹੀ ਡਬਲ ਆਵਾਜ਼ ਆ ਰਹੀ ਤੇ ਅਗਰ ਇਹ ਉਤਾਰ ਕੇ ਮੈਂ ਉਤਾਰ ਕੇ ਦੇਖਣਾ ਜਨਾਬ ਉਹ ਕਿਉਂਕਿ ਨਾ ਲੱਗ ਰਿਹਾ ਕਿ ਉਹ ਜਿਸ ਤਰ੍ਹਾਂ ਲੋਕ ਸੁਣਨਾ ਚਾਹੁੰਦੇ ਨੇ ਉਸ ਤਰ੍ਹਾਂ ਦੀ ਹਾਂਜੀ ਹੁਣ ਮੈਨੂੰ ਲੱਗਦਾ ਹੈ ਕਿ ਉਹ ਗੂੰਜ ਘਟ ਗਈ ਹੋਏਗੀ। ਅੱਛਾ ਨਸੀਰ ਭਾਈ ਤੁਸੀਂ ਦੱਸਿਆ ਜਿਵੇਂ ਕਿ ਸਾਈਂ ਅਖਤਰ ਲਾਹੌਰੀ ਤੁਹਾਡੇ ਉਸਤਾਦ ਸਨ ਤੇ ਬਹੁਤ ਹੀ ਦਿਮਾਗੀ ਸ਼ਾਇਰ ਕਿ ਅੱਲਾ ਮੀਆਂ ਥੱਲੇ ਆ ਹੈ ਜੀ ਬੜੀ ਸ਼ਿੱਦਤ ਉਹਨਾਂ ਦੀ ਸ਼ਾਇਰੀ 'ਚ ਤੇ ਉਹ ਜਿਹੜੀ ਸ਼ਿੱਦਤ ਸੀ ਉਹ ਜਿਹੜੀ ਕੋੜਾ ਸੱਚ ਕਹਿਣ ਦਾ ਹੌਸਲਾ ਸੀ ਉਹ ਲੱਗਦਾ ਤੁਹਾਡੇ ਵਿੱਚ ਵੀ ਆਇਆ ਕੁਝ ਚੀਜ਼ਾਂ ਤੁਹਾਡੀਆਂ ਵੀ ਬੜੀਆਂ ਜਿਵੇਂ ਸਰਜਰੀ ਵਾਲੀਆਂ ਹੁੰਦੀਆਂ ਨੇ ਤੇ ਤੁਸੀਂ ਕੀ ਕਹੋਗੇ ਉਸਤਾਦ ਦਾ ਰੰਗ ਆਉਂਦਾ ਜੀ ਗਾਲਬ ਸ਼ਾਗਿਰਦ ਤੇ ਸਾਈਂ ਜੀ ਨੇ ਮੈਨੂੰ ਬਹੁਤ ਸਮਝਾਇਆ ਕਿ ਮੇਰੇ ਹੋਣ ਦੀ ਕੋਸ਼ਿਸ਼ ਕਰਨੀ ਤੁਸੀਂ ਆਪਣਾ ਰੰਗ ਆਪਣੇ ਤੇ ਮੈਨੂੰ ਕਾਪੀ ਕਰੋ ਵਰਨਾ ਤੁਸੀਂ ਕਾਪੀ ਕਰੋ ਸੋ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਮੈਂ थोड़ा शायद मुख्तलिफ रंग है लेकिन बहरहाल असर तो रहता है सारे उस्ताद ने फिर वो रहता है असर वो मेरे च भी यकीनन होएगा और होना चाहिए जिस तरह हर प्यो का हर बच्चे का अपने वालिद नाल मुख मुहांदरा रलदा है इस तरह शायरी का भी मुख मुहांदरा होंदा है जिहड़ा रलदा है। अली जोशा जी तुहाडे अली जोशा जी तुहाडे उस्ताद बकायदा कौन ने? मेरा उस्ताद जो बकायदा ने वो इकबाल कैफी साहब ने उर्दू शायर जेडे इकबाल कैफी साहब जी जी
ਤੇ ਉਹਨਾਂ ਤੋਂ ਮੈਂ ਹੁਣ ਵੀ ਔਰ ਪਹਿਲੇ ਤੋਂ ਸ਼ੁਰੂ ਤੋਂ ਵੀ ਮੈਂ ਉਹਨਾਂ ਤੋਂ ਹੀ ਕੀਤਾ। ਵੈਸੇ ਵੀ ਉਸ ਤੋਂ ਇਲਾਵਾ ਵੀ ਮੇਰਾ ਮੈਂ ਸਮਝਣਾ ਕਿ ਜਿਹੜੇ ਸੀਨੀਅਰ ਦੋਸਤ ਨੇ ਸਾਡੇ, ਔਰ ਉਹ ਸੀਨੀਅਰ ਸਾਡੇ ਦੋਸਤ ਹੁੰਦੇ ਕਿਉਂ ਨੇ ਕਿ ਸਾਨੂੰ ਉਹਨਾਂ ਦੀ ਮੌਜੂਦਗੀ ਤੋਂ ਫਾਇਦਾ ਚੁੱਕਣਾ ਚਾਹੀਦਾ ਹੈ। ਲਿਹਾਜ਼ਾ ਮੈਂ ਜਿਹੜਾ ਇਲਮ ਜਿੱਥੋਂ ਮਿਲ ਰਿਹਾ ਹੁੰਦਾ ਮੈਂ ਉਹਦੇ ਲਈ ਤਿਆਰ ਹੁੰਨਾ, ਔਰ ਮੈਂ ਹਰ ਉਸ ਸੀਨੀਅਰ ਨੂੰ ਆਪਣਾ ਉਸਤਾਦ ਸਮਝਣਾ ਕਿ ਜਿਹੜਾ ਮੈਂ ਸਮਝਣਾ ਮੇਰੇ ਨਾਲ ਬਿਹਤਰ ਹੈ, ਔਰ ਮੈਂ ਉਹਦੇ ਤੋਂ ਪੁੱਛ ਲਵਾਂ। ਬਹੁਤ ਅੱਛੀ ਸੋਚ ਤੁਹਾਡੀ ਜੋਸ਼ਾ ਜੀ। ਤੇ ਤੁਸੀਂ ਹੁਣ ਆਪਣੀ ਨਾ ਜੀ ਕੋਈ ਕਲਾਮ ਆਪਣੀ ਮਰਜ਼ੀ ਨਾਲ ਸਾਂਝਾ ਕਰੋ, ਕੋਈ ਚੀਜ਼ ਸੁਣਾਓ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਜੀ ਜੀ, ਮੈਂ ਜ਼ਰੂਰ ਸੁਣਾਉਣਾ ਵਾ ਕਿ ਤੱਕਣਾ ਹੈ ਬੜਿਆਂ ਚਾਵਾਂ ਨਾਲ, ਤੱਕਣਾ ਹੈ ਬੜਿਆਂ ਚਾਵਾਂ ਨਾਲ, ਜੇ ਆਖੇ ਤੇ ਆਵਾਂ ਨਾਲ, ਤੱਕਣਾ ਹੈ ਬੜਿਆਂ ਚਾਵਾਂ ਨਾਲ, ਜੇ ਆਖੇ ਤੇ ਆਵਾਂ ਨਾਲ, ਜਦ ਤੱਕ ਹੈ ਨੇ ਬਾਵਾਂ ਨਾਲ, ਲੜਦਾ ਰਾਂਗਾ ਸਾਵਾਂ ਨਾਲ। ਜਦ ਤੱਕ ਹੈ ਨੇ ਬਾਵਾਂ ਨਾਲ, ਲੜਦਾ ਰਾਂਗਾ ਸਾਵਾਂ ਨਾਲ, ਇਹ ਮੰਜ਼ਿਲ ਕੋਈ ਸੌਖੀ ਨਹੀਂ, ਮਿੱਟੀ ਹੋ ਗਿਆ ਰਾਵਾਂ ਨਾਲ। ਇਹ ਮੰਜ਼ਿਲ ਕੋਈ ਸੌਖੀ ਨਹੀਂ, ਮਿੱਟੀ ਹੋ ਗਿਆ ਰਾਵਾਂ ਨਾਲ। ਪੁੱਛਣਾ ਹੈ ਇਸ਼ਕ ਫਕੀਰੀ ਕੀ ਹੈ, ਡੁੱਬਦੀ ਬੇੜੀ ਲਾਵਾਂ ਨਾਲ। ਇੱਥੇ ਅਜ਼ਾਨ ਹੋ ਰਹੀ ਹੈ ਜੀ, ਸ਼ਾਇਦ ਤੁਹਾਨੂੰ ਆਵਾਜ਼ 'ਚ ਥੋੜਾ ਮਸਲਾ ਪੇਸ਼ ਆਉਂਦਾ ਹੋਵੇ। ਅਜ਼ਾਨ ਦਾ ਸੁਣ ਲਈਏ ਜੀ, ਮੇਰਾ ਖਿਆਲ ਹੈ। इंतजार कर लेना, दो पासे अजान हो रही है, इंतजार कर जी जी। जी सर अली जोशा भाई, बड़े दोस्त ਤੁਹਾਨੂੰ ਪਸੰਦ ਕਰ ਰਹੇ ਨੇ। ਇਧਰੋਂ ਸਾਬਰ ਨਾਜ਼ ਸਾਹਿਬ ਨੇ, ਨਿਸਾਰ ਅਲੀ, ਹਰਵਿੰਦਰ ਜੀ, ਆਰ ਕੌਰ, ਮਾਮ ਸਾਹਿਬ। एक उधर शुरू हुई कर दिया। अच्छा जी, अजान उधर हो रही जी, और उस दौरान मुस्तफा अनवर साहब शामिल हुए ने। जी जी जी, हाँ जी। मैं दोबारा आगाज करना चाहवागा शायरी दा। जी दोबारा सुनाओ जी। तकना है बड़िया चावां नाल, जे आखें ते आवां नाल, वाह वाह वाह, जद तक जे आखें ते आवां नाल, जद तक है ने बावां नाल, लड़दा रांगा सावां नाल। जद तक है ने बावां नाल, लड़दा रांगा सावां नाल, ये मंजिल कोई सौखी नहीं, मिट्टी हो गया रावां नाल। वाह वाह वाह, ये मंजिल कोई सौखी नहीं, ये मंजिल कोई सौखी नहीं, वाह वाह, मिट्टी हो गया रावां नाल। पुछना है इश्क फकीरी की है, आहा, डुबदी बेड़ी लावां नाल।
ਵਾਹ ਵਾਹ ਵਾਹ, ਫਿਰ ਬੋਲੋ ਇੱਕ ਵਾਰੀ, ਵਾਹ 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 ਪੁੱਛਣਾ ਹੈ ਇਸ਼ਕ ਫਕੀਰੀ ਕੀ ਹੈ, ਵਾਹ ਪੁੱਛਣਾ ਹੈ ਇਸ਼ਕ ਫਕੀਰੀ ਕੀ ਹੈ। ਵਾਹ ਡੁੱਬਦੀ ਬੇੜੀ ਲਾਵਾਂ ਨਾਲ ਆਹ ਵਾਹ ਸੂਰਜ ਸਿਰ ਤੇ ਜਰਿਆ ਏ, ਆਹ ਤਾਂ ਟੁਰੀਆਂ ਨੇ ਛਾਵਾਂ ਨਾਲ। ਵਾਹ ਵਾਹ ਵਾਹ, ਸੂਰਜ ਸਿਰ ਤੇ ਜਰੇ, ਸੂਰਜ ਸਿਰ ਤੇ ਜਰਿਆ ਏ, ਵਾਹ ਤਾਂ ਟੁਰੀਆਂ ਨੇ ਛਾਵਾਂ ਨਾਲ। ਸੁੱਖ ਸੁਨੇਹੜਾ ਉਸ ਨਹੀਂ ਕੱਲਿਆ, ਜੋਸ਼ਾ ਲਾਡਣਾ ਕਾਵਾਂ ਨਾਲ। ਵਾਹ ਤੱਕਣਾ ਏ ਬੜਿਆਂ ਚਾਵਾਂ ਨਾਲ, ਜੇ ਆਖੇ ਤੇ ਆਵਾਂ ਨਾਲ। ਵਾਹ 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 ਸ਼ੁਕਰੀਆ। ਵਾਹ, ਇਹ ਆਖੇ ਤੇ ਆਵਾਂ ਨਾਲ, ਬਹੁਤ ਖੂਬ ਜੀ ਜੋਸ਼ਾ ਜੀ। ਅੱਛਾ, ਤੁਸੀਂ ਗਜ਼ਲ ਨਜ਼ਮ ਜਾਂ ਜਿਹੜੇ ਵੀ ਸਾਡੀਆਂ ਪੰਜਾਬੀ ਦੀਆਂ ਲੋਕ ਸਿਨਫਾਂ ਨੇ, ਕਿਤੇ ਚ ਸੌਖਾ ਮਹਿਸੂਸ ਕਰਦੇ ਹੋ ਆਪਣੇ ਦਿਲ ਦੀ ਗੱਲ ਕਹਿਣੀ, ਕਿ ਮੈਨੂੰ ਇਹ ਕਹਿਣਾ ਸੌਖਾ ਲੱਗਦਾ ਹੈ? ਅਸਲ ਚ ਹੁੰਦਾ ਹੈ ਕਿ ਕੋਈ ਵੀ ਸ਼ਾਇਰ ਹੈ, ਮੈਂ ਸਮਝਣਾ ਕਿ ਉਹਦੇ ਅੰਦਰ ਦੀਆਂ ਕੁਝ ਬਹਿਰਾਂ ਨੇ, ਉਹਦੇ ਅੰਦਰ ਦੀਆਂ ਕੁਝ ਸਨਫਾਂ ਨੇ ਜਿਹੜੀਆਂ ਜਿਹਦੇ ਵਿੱਚ ਉਹ ਕਹਿਣਾ ਉਹਨੂੰ ਅੱਛਾ ਲੱਗਦਾ ਹੈ। ਔਰ ਉਹ ਨਜ਼ਮ ਹੈ, ਉਹ ਗਜ਼ਲ ਹੈ, ਉਹ ਭਾਵੇਂ ਕੋਈ ਮਾਈਆ ਢੋਲਾ ਟੱਪਾ ਜੋ ਵੀ ਹੈ, ਭਾਵੇਂ ਬੋਲੀ ਹੀ ਹੈ ਕੋਈ, ਤੇ ਤੁਸੀਂ ਵੇਖ ਲਵੋ ਕਿ ਜਿਹੜੀ ਤੁਹਾਡੇ ਅੰਦਰ ਦੀ ਬਹਿਰ ਹੈ, ਤੁਹਾਡੇ ਅੰਦਰ ਦੀ ਸਿਨਫ ਹੈ, ਤੁਹਾਨੂੰ ਉਹਦੇ ਵਿੱਚ ਤੁਸੀਂ ਭਰਪੂਰ ਤਰੀਕੇ ਨਾਲ ਕਹਿ ਸਕਦੇ ਹੋ, ਉਹਦੇ ਵਿੱਚ ਹੀ ਗੱਲ ਕਰਨੀ ਚਾਹੀਦੀ, ਉਹਦੇ ਵਿੱਚ ਹੀ ਸੋਹਣੀ ਲੱਗਦੀ ਹੈ। ਵਾਹ ਵਾਹ, ਅੱਛਾ ਜੀ, ਤੁਸੀਂ ਮਾਸ਼ਾਅੱਲਾ ਬੜਾ ਨਵੀਂ ਨਸਲ ਜਿਹੜੀ ਹੈ ਉਹ ਪੰਜਾਬੀ ਸੁਣਨ ਵਾਲੀ ਬੜਾ ਤੁਹਾਨੂੰ ਪਸੰਦ ਕਰਦੀ ਹੈ, ਔਰ ਜਿਹੜੀ ਮੈਂ ਬੋਲੀ ਦਾ ਜ਼ਿਕਰ ਕੀਤਾ ਉਹ ਵੀ ਤੁਹਾਡੇ ਮੂੰਹੋਂ ਹੀ ਸੁਣਨੀ ਹੈ। ਤੇ ਨਸੀਰ ਭਾਈ ਚਾਹ ਪੀ ਰਹੇ ਨੇ ਸਾਡੇ ਸਾਹਮਣੇ, ਪੀ ਕੇ ਜਾਣ, ਅਸੀਂ ਨਹੀਂ ਮੰਗਦੇ। ਕਰੋਨਾ ਦਾ ਇੱਕ ਫਾਇਦਾ ਕਿ ਚਾਹ ਆਪਣੀ ਆਪਣੀ ਹੈ, ਇਹ ਸਾਹਮਣੇ ਕਰਕੇ ਪੀ ਲਓ, ਕਿਉਂਕਿ ਇਹ ਤੇ ਜੋਸ਼ਾ ਭਾਈ ਸੁਣਾਓ ਜੀ ਕੋਈ ਹੋਰ ਚੀਜ਼, ਫਿਰ ਅਸੀਂ ਆਖਰ ਤੇ ਅਸੀਂ ਉਸਤਾਦ ਮੋਹਤਰਮ ਕੋਲੋਂ ਸੁਣਨੀਆਂ ਨੇ ਕਿ ਚੀਜ਼ਾਂ। ਜੀ ਜੀ, ਮੈਂ ਸੁਣਾਣਾ ਜ਼ਰੂਰ। ਔਰ ਮੈਂ ਇਨਾ ਬੁੱਲਾਂ ਤੇ ਹਾਸੇ ਹੀ ਸਜਾਉਂਦਾ ਰਹਿ ਗਿਆ। ਵਾਹ ਵਾਹ, ਮੈਂ ਇਨਾ ਬੁੱਲਾਂ ਤੇ ਹਾਸੇ ਹੀ ਸਜਾਉਂਦਾ ਰਹਿ ਗਿਆ, ਦਰਦ ਅੰਦਰ ਦਾ ਮੇਰੇ ਹੱਡਾਂ ਨੂੰ ਖਾਂਦਾ ਰਹਿ ਗਿਆ। ਵਾਹ ਵਾਹ, ਮੈਂ ਇਨਾ ਬੁੱਲਾਂ ਤੇ ਹਾਸੇ ਹੀ ਸਜਾਉਂਦਾ ਰਹਿ ਗਿਆ, ਦਰਦ ਅੰਦਰ ਦਾ ਮੇਰੇ ਹੱਡਾਂ ਨੂੰ ਖਾਂਦਾ ਰਹਿ ਗਿਆ। ਲੋਕ ਹੱਥਾਂ ਚੋਂ ਮੇਰਾ ਹਿੱਸਾ ਵੀ ਖੋ ਕੇ ਲੈ ਗਏ, ਲੋਕ ਹੱਥਾਂ ਚੋਂ ਮੇਰਾ ਹਿੱਸਾ ਵੀ ਖੋ ਕੇ ਲੈ ਗਏ। ਮੈਂ ਥਲਾਂ ਦੀ ਰੇਤ ਨੂੰ ਸੋਨਾ ਬਣਾਉਂਦਾ ਰਹਿ ਗਿਆ। ਕਿਆ ਬਾਤ, ਕਿਆ ਬਾਤ। ਲੋਕ ਹੱਥਾਂ ਚੋਂ ਮੇਰਾ ਹਿੱਸਾ ਵੀ ਖੋ ਕੇ ਲੈ ਗਏ, ਮੈਂ ਥਲਾਂ ਦੀ ਰੇਤ ਨੂੰ ਸੋਨਾ ਬਣਾਉਂਦਾ ਰਹਿ ਗਿਆ। ਫੁੱਟਪਾਥਾਂ ਤੇ ਦਨਾਈ ਭੁੱਖ ਦੇ ਨਾਲ ਮਰ ਗਈ, ਪਰ ਜ਼ਮਾਨਾ ਸ਼ਿਮਲਿਆਂ ਦੇ ਗੀਤ ਗਾਉਂਦਾ ਰਹਿ ਗਿਆ। ਵਾਹ ਵਾਹ ਵਾਹ, ਬਹੁਤ ਆਲਾ ਜੀ। ਫੁੱਟਪਾਥਾਂ ਤੇ ਦਨਾਈ ਭੁੱਖ ਦੇ ਨਾਲ ਮਰ ਗਈ, ਪਰ ਜ਼ਮਾਨਾ ਸ਼ਿਮਲਿਆਂ ਦੇ ਗੀਤ ਗਾਉਂਦਾ ਰਹਿ ਗਿਆ। ਰੁੱਤ ਬਦਲੀ ਤੇ ਉਹ ਲੈ ਗਏ ਫੁੱਲ ਹੋਰਾਂ ਵਾਸਤੇ, ਮੈਂ ਜਿਨ੍ਹਾਂ ਦੇ ਗਮ ਚ ਬੈਠਾ ਵਹਿਣ ਪਾਉਂਦਾ ਰਹਿ ਗਿਆ। ਵਾਹ ਵਾਹ, ਰੁੱਤ ਬਦਲੀ ਤੇ ਉਹ ਲੈ ਗਏ ਫੁੱਲ ਹੋਰਾਂ ਵਾਸਤੇ, ਮੈਂ ਜਿਨ੍ਹਾਂ ਦੇ ਗਮ ਚ ਬੈਠਾ ਵਹਿਣ ਪਾਉਂਦਾ ਰਹਿ ਗਿਆ। ਛੱਡ ਦੇ ਉਡੀਕ ਜੋਸ਼ਾ ਹੋਣ ਕਿਸ ਪਰਤ ਨਾ, ਜੋ ਵੀ ਥੋੜਾ ਬਹੁਤਾ ਸੀ ਉਹ ਮਾਨ ਜਾਂਦਾ ਰਹਿ ਗਿਆ। ਵਾਹ ਵਾਹ ਵਾਹ, ਜੋ ਵੀ ਥੋੜਾ ਬਹੁਤ। ਛੱਡ ਦੇ ਉਡੀਕ ਜੋਸ਼ਾ ਹੋਣ ਕੈਸੇ ਪਰਤ ਨਾ, ਜੋ ਵੀ ਥੋੜਾ ਬਹੁਤਾ ਸੀ ਉਹ ਮਾਨ ਜਾਂਦਾ ਰਹਿ ਗਿਆ। ਮੈਂ ਇਹਨਾਂ ਬੁੱਲਾਂ ਤੇ ਹਾਸੇ ਹੀ ਸਜਾਉਂਦਾ ਰਹਿ ਗਿਆ, ਦਰਦ ਅੰਦਰ ਦਾ ਮੇਰੇ ਹੱਡਾਂ ਨੂੰ ਖਾਂਦਾ ਰਹਿ ਗਿਆ। ਵਾਹ ਵਾਹ ਵਾਹ, ਇਹ ਤਾਹਿਰਾ ਸਰਾਰ ਵੀ ਵਾਹ ਵਾਹ ਕਹਿ ਰਹੇ ਨੇ, ਔਰ ਅਲੀ ਜੋਸ਼ਾ ਦੀ ਸ਼ਾਇਰੀ ਪਸੰਦ ਕਰ ਰਹੇ ਨੇ। ਔਰ ਮੁਹੱਬਤਾਂ ਮੁਸਤਫਾ ਅਨਵਰ ਵੀ, ਸਾਬਰ ਨਾਜ਼ ਹੋ ਰਹੀ, ਕਿੱਡੇ ਕਿੱਡੇ ਪੰਜਾਬੀ ਦੇ ਨਾਮਵਰ ਸ਼ਾਇਰ ਸੁਣ ਰਹੇ ਨੇ। ਇਹਨਾਂ ਦੀ ਮੁਹੱਬਤ ਤੇ ਸਾਨੂੰ ਬੜਾ ਮਾਣ ਮਿਲਦਾ ਹੈ। ਮੇਰੇ ਲੋ ਸਾਰੇ ਦੋਸਤਾਂ ਨੂੰ, ਸਾਰੇ ਮਿੱਤਰਾਂ ਨੂੰ, ਤਾਹਿਰਾ ਸਰਾਜ ਜੀ ਨੂੰ, ਸਾਬਰ ਨਾਜ਼, ਮੁਸਤਫਾ ਸਾਹਿਬ ਨੂੰ, ਸਾਰਿਆਂ ਨੂੰ ਮੇਰੇ ਲੋ ਖਸੂਸੀ ਤੁਸੀਂ ਸਲਾਮ ਜੀ। ਔਰ ਹੱਸਦੇ ਵਾਸਤੇ ਰਵੋ। ਮੁਹੱਬਤਾਂ ਦਾ ਸ਼ੁਕਰੀਆ। ਸਾਡਾ ਇਹ ਅਹਿਸਾਸਾਂ ਨੇ, ਸਾਨੂੰ ਬੜੀ ਖੁਸ਼ੀ ਔਰ ਹੌਸਲਾ ਹੁੰਦਾ ਹੈ ਕਿ ਜਦੋਂ ਸਾਡਾ ਸੀਨੀਅਰ ਸਾਡੀ ਕੰਧ ਪਿੱਛੇ ਖਲੋ ਕੇ ਤੇ ਹਲਾਸ਼ੇਰੀ ਦਿੰਦਾ ਹੈ। ਅੱਛਾ ਜੀ, ਇਹ ਜਦੋਂ ਪ੍ਰੋਗਰਾਮ ਖਤਮ ਹੋਏਗਾ, ਤੁਸੀਂ ਪੰਜਾਬੀ ਕਾ ਤੇ ਜਾਂ ਕੀਮਤੀ ਗੱਲਾਂ ਜਦੋਂ ਵੇਖੋਗੇ, ਤੁਹਾਨੂੰ ਕਮੈਂਟ ਨਜ਼ਰ ਆ ਜਾਣਗੇ। ਅਜੇ ਸਿਰਫ ਨਜ਼ਰ ਆ ਰਹੇ ਨੇ, ਤੇ ਤੁਹਾਡੇ ਕੋਲ ਬਾਅਦ ਚ ਟਾਈਮ ਹੋਏਗਾ ਖੁੱਲਾ ਕਿ ਬੇਲੀਆਂ ਦੇ ਮੁਹੱਬਤਾਂ ਦਾ ਮੋੜਾ ਤੁਸੀਂ ਕਿਵੇਂ ਦਿੰਦੇ ਹੋ, ਉਹਨਾਂ ਦੇ ਕਮੈਂਟਸ ਦਾ ਜਵਾਬ ਤੁਸੀਂ ਦੇਣਾ ਹੈ। ਔਰ ਮੈਂ ਚਾਹਾਂਗਾ ਕਿ ਤਾਹਿਰਾ ਸਰਾਰ, ਮੁਸਤਫਾ ਅਨਵਰ ਔਰ ਸਾਬਰ ਨਾਜ਼ ਵੱਡੇ ਨਾਂ ਨੇ, ਔਰ ਬੋਲੀ ਵੀ ਲਿਖਦੇ ਨੇ। ਔਰ ਤਾਹਿਰਾ ਸਰਾਰ ਦਾ ਬੜਾ ਕੰਮ ਹੈ ਬੋਲੀਆਂ ਦੇ ਵੱਲ ਨਾਲ, ਤੇ ਤੁਹਾਡੀ ਬੋਲੀਆਂ ਵੀ ਕੋਈ ਸੁਣਾਓ ਤਾਂ ਕਿ ਤੁਹਾਡੀਆਂ ਬੋਲੀਆਂ ਤੋਂ ਬਾਅਦ ਫਿਰ ਉਸਤਾਦ ਨਾਲ ਚੱਲੀਏ। ਜੀ ਜੀ, ਅਸੀਂ ਕਾਬੇ ਨੂੰ ਵੀ ਕੱਲੀਆਂ ਕਮਾਈਆਂ, ਅਸੀਂ ਕਾਬੇ ਨੂੰ ਵੀ ਕੱਲੀਆਂ ਕਮਾਈਆਂ,
ਨਸਲਾਂ ਨੂੰ ਭੁੱਖੇ ਮਾਰ ਕੇ। ਆਹਾ, ਵਾਹ ਅਸੀਂ ਕਾਬੇ ਨੂੰ ਵੀ ਘੱਲੀਆਂ ਕਮਾਈਆਂ, ਨਸਲਾਂ ਨੂੰ ਭੁੱਖੇ ਮਾਰ ਕੇ। ਆਹ, ਮਹਿੰਦੀ ਹੰਝੂਆਂ ਚ ਗੁੰਨ ਕੇ ਮੈਂ ਲਾਈ, ਆਹਾ, ਮਹਿੰਦੀ ਹੰਝੂਆਂ ਚ ਗੁੰਨ ਕੇ ਮੈਂ ਲਾਈ, ਤੇ ਤਲੀਆਂ ਤੇ ਅੱਖਾਂ ਹੋ ਗਈਆਂ। ਵਾਹ ਵਾਹ ਮਹਿੰਦੀ ਗੁੰਨ ਕੇ ਮੈਂ ਹੰਝੂਆਂ ਚ ਲਾਈ, ਤੇ ਤਲੀਆਂ ਤੇ ਅੱਖਾਂ ਹੋ ਗਈਆਂ। ਔਰ ਧੋਤੀ ਖੁੱਲ ਗਈ ਪਰੇ ਵਿੱਚ ਆ ਕੇ, ਆਹਾ, ਧੋਤੀ ਖੁੱਲ ਗਈ ਪਰੇ ਵਿੱਚ ਆ ਕੇ, ਤੇ ਪੱਗ ਨੂੰ ਸੰਭਾਲਦਾ ਫਿਰੇ। ਕਿਆ ਬਾਤ ਹੈ, ਕਿਆ ਬਾਤ, ਵਾਹ ਧੋਤੀ ਖੁੱਲ ਗਈ ਪਰੇ ਵਿੱਚ ਆ ਕੇ, ਤੇ ਪੱਗ ਨੂੰ ਸੰਭਾਲਦਾ ਫਿਰੇ। ਕਿਆ ਬਾਤ, ਵਾਹ ਵਾਹ ਵਾਹ, ਜੀ ਬਹੁਤ ਸੋਹਣਾ ਜੀ, ਬਹੁਤ ਸੋਹਣੀਆਂ ਬੋਲੀਆਂ। ਔਰ ਰਾਤ ਇੱਕ ਨਾ ਕੋਈ ਅਮਰੀਕਾ 'ਚ ਆਨਲਾਈਨ ਮੁਸ਼ਾਇਰਾ ਹੋ ਰਿਹਾ ਸੀ, ਤੇ ਨਾਰਥ ਅਮਰੀਕਾ ਦੀ ਕੋਈ ਤਨਜ਼ੀਮ ਕਰਾ ਰਹੀ ਸੀ। ਉੱਚੇ ਤਾਰੇ ਅਸਰਾਰੀ, ਬਾਬਾ ਨਜਮੀ, ਸਾਬਰ, ਅਫਜ਼ਲ ਸਾਹਿਰ, ਸਾਰੇ ਦੋਸਤ ਪੜ੍ਹ ਰਹੇ ਸਨ, ਤੇ ਬੜਾ ਮਾਣ ਹੋ ਰਿਹਾ ਸੀ ਕਿ ਸਾਡੇ ਹਾਂ ਪੰਜਾਬੀ ਕਿੰਨੀ ਸੋਹਣੀ ਲਿਖੀ ਜਾ ਰਹੀ ਹੈ। ਔਰ ਪੂਰੀ ਦੁਨੀਆ 'ਚ ਲੋਕ ਮੰਨ ਰਹੇ ਨੇ। ਉਧਰੋਂ ਨਤੇਜ ਕਹਾਰ ਵਾਲਾ ਸਨ, ਤੇ ਉਹ ਜਿਹੜੇ ਇਸ ਪੰਜਾਬੀ ਦੇ ਸ਼ਾਇਰ ਸਨ, ਉਹਨੂੰ ਬੜੀ ਇੱਜ਼ਤ ਮਿਲ ਰਹੀ ਸੀ। ਤੇ ਮੇਰਾ ਬੜਾ ਸੀਨਾ ਚੌੜਾ ਹੋ ਰਿਹਾ ਸੀ ਕਿ ਸਾਡੇ ਪਾਸੇ ਕਿੰਨੀ ਸੋਹਣੀ ਸ਼ਾਇਰੀ ਕੀਤੀ ਜਾ ਰਹੀ। ਤੇ ਤੁਸੀਂ ਸਾਡੇ ਨਵੇਂ ਨਵੇਕਲੇ ਸ਼ਾਇਰ ਔਰ ਇੰਨਾ ਸੋਹਣਾ ਪੁਖਤਾ ਕਲਾਮ ਕਹਿੰਦੇ ਹੋ, ਤੇ ਅਸੀਂ ਚਾਹਾਂਗੇ ਤੁਹਾਡਾ ਇੱਕ ਵੱਖਰਾ ਪ੍ਰੋਗਰਾਮ ਵੀ ਕਰੀਏ। ਔਰ ਨਸੀਰ ਸਾਹਿਬ ਨਾਲ ਤੇ ਬਿਲਕੁਲ ਬਣਦਾ ਹੈ ਕਿ ਇਹਨਾਂ ਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਆ। ਹੁਣ ਮੈਂ ਚਾਹਾਂਗਾ ਕਿ ਉਸਤਾਦ ਜੀ ਨਸੀਰ ਸਾਨੂੰ ਆਪਣਾ ਕਲਾਮ ਸਾਂਝਾ ਕਰਨ, ਕਿਉਂਕਿ ਉਰਦੂ ਪੰਜਾਬੀ ਦੋਵੇਂ ਉਸੇ ਸ਼ਿੱਦਤ ਨਾਲ ਲਿਖਦੇ ਨੇ, ਤੇ ਅਸੀਂ ਪੰਜਾਬੀ ਜ਼ਰਾ ਬਹੁਤਾ ਮਾਣ ਕਰਨੇ ਆ ਕਿ ਸਾਡੀ ਪੰਜਾਬੀ ਰੀਤ ਦੇ ਵਿੱਚ ਐਡਾ ਵੱਡਾ ਸ਼ਾਇਰ ਘੱਟ ਹੀ ਦਿਸਦਾ ਹੈ। ਤੇ ਨਸੀਰ ਸਾਹਿਬ ਨੂੰ ਦਰਖਾਸਤ ਦੇ ਕੇ ਆਪਣਾ ਕਲਾਮ ਸਾਂਝਾ ਕਰਨ। ਔਰ ਜੇ ਤਿਲਕਣ ਤੋਂ ਸ਼ੁਰੂ ਕਰਨ, ਤਿਲਕਣਾ ਜਾਣਾ ਵਾ, ਵੈਸੇ ਤੇ ਹਰ ਕਲਾਮ ਇਹਨਾਂ ਦਾ ਕਮਾਲ ਹੈ, ਲੇਕਿਨ ਤਿਲਕਦਾ ਜਾਣਾ ਮੈਨੂੰ ਬਹੁਤ ਪਸੰਦ ਹੈ। ਤੇ ਜਿੱਥੋਂ ਵੀ ਸ਼ੁਰੂ ਕਰਨਾ ਚਾਹੋ ਮੁਰਸ਼ਦ, ਆਪਣਾ ਕਲਾਮ ਸਾਂਝਾ ਕਰੋ ਜੀ। ਬਹੁਤ ਸ਼ੁਕਰੀਆ। ਉਹ तमाम ਦੋਸਤ ਜਿਹੜੇ ਸੁਣ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਬੜੀ ਮੁਹੱਬਤ ਤੁਹਾਡਾ ਵੀ, ਔਰ ਤੁਹਾਡੀ ਤਨਜ਼ੀਮ ਪੰਜਾਬੀ ਕਾ ਦਾ ਵੀ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਹਨਾਂ ਮਾਣ ਦਿੱਤਾ। ਹੋਣਾ ਤੇ ਚਾਹੀਦਾ ਸੀ ਕਿ ਮੈਂ ਕੁਝ ਚੀਜ਼ਾਂ ਨਵੀਆਂ ਤੁਹਾਡੇ ਨਾਲ ਸ਼ੇਅਰ ਕਰਦਾ, ਲੇਕਿਨ ਉਹ ਐਨ ਮੌਕੇ ਦੇ ਉੱਤੇ ਨਾ ਬਹੁਤ ਤੇਜ਼ ਲਾਹੌਰ 'ਚ ਬਾਰਿਸ਼ ਆ ਗਈ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ, ਨਸ਼ਾ ਵੀ ਭਿੱਜਦਾ ਹੋਇਆ ਆਇਆ ਵਿਚਾਰਾ। ਸੋ ਦੋ ਸ਼ੇਰ ਨਵੇਂ, ਔਰ ਫਿਰ ਉਹਦੇ ਬਾਅਦ ਕੁਝ ਚੀਜ਼ਾਂ ਜਿਸ ਨਾਲ ਤੁਹਾਡਾ ਹੁਕਮ ਹੋਏਗਾ। ਜੀ ਜੀ। ਇਹ ਹੋ ਨਾ ਜਾਵਾਂ ਕਾਗਜ਼ਾਂ ਦਾ ਢੇਰ, ਹੋ ਨਾ ਜਾਵਾਂ ਕਾਗਜ਼ਾਂ ਦਾ ਢੇਰ, ਮੈਨੂੰ ਸਾਂਭ ਲੈ। ਹੋ ਨਾ ਜਾਵਾਂ ਕਾਗਜ਼ਾਂ ਦਾ ਢੇਰ, ਮੈਨੂੰ ਸਾਂਭ ਲੈ। ਲਿਖ ਲਵੀਂ ਬਾਕੀ ਕਹਾਣੀ, ਫੇਰ ਮੈਨੂੰ ਸਾਂਭ ਲੈ। ਲਿਖ ਲਵੀਂ ਬਾਕੀ ਕਹਾਣੀ, ਫੇਰ ਮੈਨੂੰ ਸਾਂਭ ਲੈ। ਔਰ ਹਾਲੇ ਤੇ ਜੰਨਤ ਚੋਂ ਧੱਕਾ ਖਾ ਕੇ ਆਇਆ ਵਾਂ ਹੁਣੇ। ਵਾਹ ਵਾਹ ਵਾਹ, ਹਾਲੇ ਤੇ ਜੰਨਤ ਚੋਂ ਧੱਕਾ ਖਾ ਕੇ ਆਇਆ ਵਾਂ ਹੁਣੇ। ਹਾਲੇ ਕਿਹੜੀ ਹੋ ਗਈ ਏ ਦੇਰ, ਮੈਨੂੰ ਸਾਂਭ ਲੈ। ਵਾਹ 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 ਵਾਹ, ਹਾਲੇ ਕਿਹੜੀ ਹੋ ਗਈ ਏ ਦੇਰ, ਮੈਨੂੰ ਸਾਂਭ ਲੈ। ਵਾਹ। ਔਰ ਨਜ਼ਮ ਦੀਆਂ ਕੁਝ ਲੈਣਾ ਕਿ ਸੁਣਨੇ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਦੋਸਤਾਂ ਨੇ ਸੁਣੀਆਂ ਹੋਈਆਂ ਨੇ ਜੀ। ਨਜ਼ਮ ਦਾ ਸਰਨਾਮਾ ਹੈ ਸੂਰਜ ਦਾ ਕਾਰਟੂਨ ਜੀ। ਕਿ ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਆਹਾ, ਵਾਹ ਵਾਹ ਵਾਹ। ਮੇਰੇ ਬੱਚੇ ਨੇ ਆਪਣੇ ਰੇਸ਼ਮੀ ਹੱਥਾਂ ਦੇ ਨਾਲ ਅੱਜ ਡਰਾਇੰਗ ਦੀ ਕਾਪੀ ਦੇ ਚਿੱਟੇ ਦਿਨ ਜਿਹੇ ਵਰਕੇ ਤੇ ਇੱਕ ਸੂਰਜ ਬਣਾਇਆ ਹੈ। ਕਈ ਥਾਵਾਂ ਤੋਂ ਟੇੜਾ ਮੇੜਾ ਨਾਲੇ ਫਿਸਿਆ ਸੂਰਜ, ਦੁਆਲੇ ਖਦੂਈਆਂ ਕਿਰਨਾਂ ਵਾਂਗੂ ਵੀ ਖਬੋਈਆਂ ਸੂ। ਬੜੇ ਹੀ ਸ਼ੌਕ ਨਾਲ ਉਹ ਆਪਣਾ ਇਹ ਸ਼ਾਹਕਾਰ ਮੈਨੂੰ ਵੀ ਵਿਖਾਉਂਦਾ ਏ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਏ। ਚਮਕ ਅੱਖਾਂ ਦੀ ਦੱਸਦੀ ਏ ਜਿਵੇਂ ਕੱਲ ਅੰਬਰਾਂ ਚੋਂ ਇਸੇ ਸੂਰਜ ਨੇ ਨਿਕਲਣਾ ਏ। ਮਗਰ ਉਹ ਮੈਨੂੰ ਪੁੱਛਦਾ ਏ ਕਿ ਇਹ ਸੂਰਜ ਤੇ ਇਸ ਵਿੱਚ ਕਿਹੜਾ ਰੰਗ ਭਰਨਾ ਏ। ਮੈਂ ਉਸਦੇ ਸਾਹਮਣੇ ਖਿਲਰੇ ਹੋਏ ਕੁਝ ਰੰਗ ਵੇਖਦਾ ਹਾਂ। ਨਜ਼ਰ ਇੱਕ ਲਾਲ ਗੂੜੇ ਰੰਗ ਉੱਤੇ ਜੰਮ ਜਾਂਦੀ ਏ, ਮਗਰ ਦਿਲ ਆਖਦਾ ਏ ਇਹਨੂੰ ਰੱਤਾ ਰੰਗ ਨਾ ਦੱਸਾਂ। ਕਿਤੇ ਮੈਂ ਰੰਗ ਦੱਸਾਂ ਲਾਲ ਖਿੜਦੇ ਜਜ਼ਬਿਆਂ ਵਰਗਾ, ਤੇ ਇਹ ਸੜਕਾਂ ਤੇ ਡੁੱਲੇ ਖੂਨ ਵਿੱਚ ਉਂਗਲਾਂ ਡਬੋ ਬੈਠੇ।
ਤੇ ਵਾਹ ਮੈਂ ਵਾਹ ਰੰਗ ਦੱਸਾਂ ਲਾਲ ਖਿੜਦੇ ਜਜ਼ਬਿਆਂ ਵਰਗਾ, ਤੇ ਇਹ ਸੜਕਾਂ ਤੇ ਡੁੱਲੇ ਖੂਨ ਵਿੱਚ ਉਂਗਲਾਂ ਡਬੋ ਬੈਠੇ, ਕਿਸੇ ਖੰਜਰ ਤੇ ਲੱਗੇ ਖੂਨ ਦੀ ਲਾਲੀ ਨਾ ਲੈ ਆਵੇ। ਹਾਏ ਹਾਏ ਅਜਿਹੇ ਲੜ ਤੋਂ ਚੰਗਾ ਏ ਕੋਈ ਰੰਗ ਨਾ ਦੱਸਾਂ, ਅਤੇ ਕੱਲ ਅੰਬਰਾਂ ਵਿੱਚੋਂ ਨਿਕਲਦਾ ਏ ਤੇ ਇਹ ਬੇਰੰਗ ਸੂਰਜ ਹੀ ਨਿਕਲ ਆਵੇ। ਵਾਹ 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 ਵਾਹ। ਬਹੁਤ ਖੂਬ ਸੀ ਸਰ, ਬਹੁਤ ਖੂਬ ਜੀ। ਥੈਂਕ ਯੂ। ਬੜੀ ਅੱਛਾ ਮੁਹੱਬਤ। ਭਾਜੀ, ਜਿਹੜੀਆਂ ਤੁਸੀਂ ਚੀਜ਼ਾਂ ਸਮਝਦੇ ਹੋ ਦੋਸਤਾਂ ਪਹਿਲੇ ਵੀ ਸੁਣੀਆਂ ਨੇ, ਅੱਜ ਚੁੱਕ ਕੇ ਦੋਵਾਂ ਪੰਜਾਬਾਂ 'ਚ ਔਰ ਦੁਨੀਆ ਭਰ 'ਚ ਪੰਜਾਬੀ ਬੋਲਣ ਵਾਲੇ ਤੁਹਾਨੂੰ ਸੁਣ ਰਹੇ ਨੇ, ਤੇ ਅਗਰ ਕੋਈ ਚੀਜ਼ ਦੁਬਾਰਾ ਵੀ ਸੁਣਾ ਦਿਓਗੇ ਤੇ ਉਹ ਉਹਨਾਂ ਲਈ ਨਵੀਂ ਹੋਏਗੀ। ਮੇਰਾ ਦਿਲ ਇੱਕ ਤਿੜਕਦਾ ਜਾਨਾ ਵਾ, ਜੋ ਹੈ ਨਾ, ਜੋ ਦੋ ਸ਼ੇਰ ਜ਼ਰੂਰ। ਜੀ ਮੈਂ ਪੇਸ਼ ਕਰਨਾ ਗਜ਼ਲ ਜਨਾਬ। ਜੀ ਬਿਸਮਿਲ੍ਲਾ। ਮਤਲਬ ਇਸ ਤਰ੍ਹਾਂ ਸੀ ਕਿ ਖੜਕ ਰਹੀ ਏ ਤਾਰ, ਤਿੜਕਦਾ ਜਾਨਾ। ਤਿੜਕਦਾ ਜਾਨਾ ਵਾਂ, ਵਾਹ ਵਾਹ ਖੜਕ ਰਹੀ ਏ ਤਾਰ ਤਿੜਕਦਾ ਜਾਨਾ ਵਾਂ, ਹੌਲੀ ਅੱਡੀ ਮਾਰ ਤਿੜਕਦਾ ਜਾਨਾ ਵਾਂ, ਵਾਹ ਹੌਲੀ ਅੱਡੀ ਮਾਰ ਤਿੜਕਦਾ ਜਾਨਾ ਵਾਂ, ਔਰ ਪਹਿਲੇ ਹੀ ਟਣਕਾ ਕੇ ਵੇਖ ਲਿਆ ਹੁੰਦਾ, ਆਹਾ ਪਹਿਲੇ ਹੀ ਟਣਕਾ ਕੇ ਵੇਖ ਲਿਆ ਹੁੰਦਾ, ਹੁਣ ਜੋ ਵਿੱਚ ਬਾਜ਼ਾਰ ਤਿੜਕਦਾ ਜਾਨਾ ਵਾਂ, ਵਾਹ ਔਰ ਕਿਹੜੀ ਪੱਥਰ ਅੱਖ ਦਾ ਸੁਪਨਾ ਵਾਂ ਮੈਂ ਵੀ, ਵਾਹ 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 ਕਿਹੜੀ ਪੱਥਰ ਅੱਖ ਦਾ ਸੁਪਨਾ ਵਾਂ ਮੈਂ ਵੀ, ਦੋ ਪਲਕਾਂ ਵਿਚਕਾਰ ਤਿੜਕਦਾ ਜਾਨਾ ਵਾਂ, ਵਾਹ ਜਿਹੜੀ ਪੱਥਰ ਅੱਖ ਦਾ ਸੁਪਨਾ ਵਾਂ ਮੈਂ ਵੀ, ਦੋ ਪਲਕਾਂ ਵਿਚਕਾਰ ਤਿੜਕਦਾ ਜਾਨਾ ਵਾਂ, ਔਰ ਮਲਮਲ ਦਾ ਵਾਲੇ ਕੇ ਪੱਥਰ ਕੜਿਆ ਏ, ਆਹਾ ਵਾਹ ਵਾਹ ਮਲਮਲ ਦਾ ਵਾਲੇ ਕੇ ਪੱਥਰ ਕੜਿਆ ਏ, ਆਹਾ ਚੁੱਕ ਆਪਣੀ ਦਸਤਾਰ ਤਿੜਕਦਾ ਜਾਨਾ ਵਾਂ, ਵਾਹ ਵਾਹ ਵਾਹ। ਮਲਮਲ ਦਾ ਵਾਲੇ, ਫਿਰ ਇੱਕ ਵਾਰੀ ਪੜੋ। ਵਾਹ ਮਲਮਲ ਦਾ ਵਾਲੇ ਕੇ ਪੱਥਰ ਕੜਿਆ ਏ, ਆਹਾ ਚੁੱਕ ਆਪਣੀ ਦਸਤਾਰ ਤਿੜਕਦਾ ਜਾਨਾ ਵਾਂ, ਔਰ ਫੇਰ ਜੋ ਕਿਰਚਾ ਮਿੱਧ ਕੇ ਗੁੱਸਾ ਕੱਢੇਗਾ, ਆਹਾ ਫਿਰ ਜੋ ਕਿਰਚਾ ਫੇਰ ਮਿੱਧ ਜੋ ਕਿਰਚਾ ਮਿੱਧ ਕੇ ਗੁੱਸਾ ਕੱਢੇਗਾ, ਵਾਹ ਛੇਤੀ ਕਰ ਲੈ ਵਾਰ ਤਿੜਕਦਾ ਜਾਨਾ ਵਾਂ, ਵਾਹ 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 ਛੇਤੀ ਕਰ ਲੈ ਵਾਰ ਤਿੜਕਦਾ ਜਾਨਾ ਵਾਂ, ਹੌਲੀ ਅੱਡੀ ਮਾਰ ਤਿੜਕਦਾ ਜਾਨਾ ਵਾਂ। ਵਾਹ 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 ਵਾਹ। ਹੌਲੀ ਅੱਡੀ ਮਾਰ ਤਿੜਕਦਾ ਜਾਣਾ। ਬਹੁਤ ਅੱਛੇ ਜੀ। ਦੋਸਤ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਸਾਰੇ। ਉਸ ਉਧਰੋਂ ਚੜ੍ਹਦੇ ਪੰਜਾਬ ਚੋਂ ਵੀ ਆਰ ਕੌਰ ਮਾਨ ਸਾਹਿਬ ਨੇ, ਰਜਨੀ ਸ਼ਰਮਾ ਹੋਰੀ ਨੇ, ਔਰ ਰਵਿੰਦਰ ਜੀ ਨੇ ਜੀ। ਬਹੁਤ ਸਾਰੇ ਦੋਸਤ ਪਸੰਦ ਕਰ ਰਹੇ। ਨਾਲ ਨਾਲ ਮੈਂ ਉਹਨਾਂ ਦੇ ਨਾਂ ਵੀ ਲੈਂਦਾ ਜਾਵਾਂ, ਔਰ ਬਾਅਦ ਚ ਮਸੀਤ ਸਾਹਿਬ ਜਵਾਬ ਦੇਣਗੇ। ਮਸੀਤ ਭਾਈ, ਤੁਸੀਂ ਆਪਣੀ ਮਰਜ਼ੀ ਨਾਲ ਵੀ ਅਤਾ ਕਰ ਸਕਦੇ ਹੋ ਬੋਲੀਆਂ ਵੀ, ਔਰ ਜਿਹੜਾ ਜਿਉਂਦਾ ਜਾਗਦਾ ਜੀ, ਜਿਹਨੂੰ ਵਾਰਾ ਹੀ ਨਹੀਂ ਖਾਂਦਾ ਬੋਲੀਆਂ ਤੇ ਮੈਂ ਉਸ ਤਰ੍ਹਾਂ ਕਦੀ ਨਹੀਂ ਲਿਖੀਆਂ ਜੀ। ਤੇ ਜਿਉਂਦਾ ਜਾਗਦਾ ਦੋ ਸ਼ੇਰ ਮੈਂ ਪੇਸ਼ ਕਰ ਦੇਣਾ ਕਿ ਉਹਦੇ ਅੱਗੇ ਜੀ ਜੀ। ਆ ਗਿਆ ਸਾਰਾ ਜਿਉਂਦਾ ਜਾਗਦਾ, ਵਾਹ ਵਾਹ। ਉਹਦੇ ਅੱਗੇ ਆ ਗਿਆ ਸਾਰਾ ਜਿਉਂਦਾ ਜਾਗਦਾ, ਜਿਹਨੂੰ ਖਾਂਦਾ ਹੀ ਨਹੀਂ ਵਾਰਾ ਜਿਉਂਦਾ ਜਾਗਦਾ, ਵਾਹ ਵਾਹ। ਜਿਹਨੂੰ ਖਾਂਦਾ ਹੀ ਨਹੀਂ ਵਾਰਾ ਜਿਉਂਦਾ ਜਾਗਦਾ, ਔਰ ਪੇਸ਼ ਕਰ ਸਕਣਾ ਮੈਂ ਹੁਣ ਵੀ ਰਾਤ ਕੱਟਣ ਦਾ ਗਵਾਹ, ਵਾਹ ਪੇਸ਼ ਕਰ ਸਕਣਾ ਮੈਂ ਹੁਣ ਵੀ ਰਾਤ ਕੱਟਣ ਦਾ ਗਵਾਹ, ਅੱਜ ਵੀ ਸਰਗੀ ਦਾ ਹੀ ਤਾਰਾ ਜਿਉਂਦਾ ਜਾਗਦਾ, ਵਾਹ ਵਾਹ। ਅੱਜ ਵੀ ਸਰਗੀ ਦਾ ਹੀ ਤਾਰਾ ਜਿਉਂਦਾ ਜਾਗਦਾ। ਜਿਉਂਦਾ ਜਾਗਦਾ। ਵਾਹ ਵਾਹ। ਨਜ਼ਮ ਜਿਹੜੀ ਹੈ ਮੈਂ ਨਜ਼ਮ ਦਾ ਸਰਨਾਮਾ ਹੈ ਕੁੜੱਤਨ। ਵਾਹ ਵਾਹ। ਕੁੜੱਤਨ। ਹਾਂਜੀ। ਸਾਂਭ ਲੈ ਸਾਰੀ ਕੁੜੱਤਨ ਸਾਂਭ ਲੈ, ਆਹ ਵਾਹ ਵਾਹ। ਸਾਂਭ ਲੈ ਸਾਰੀ ਕੁੜੱਤਨ ਸਾਂਭ ਲੈ, ਗੜਕਦੇ ਸਾਹਾਂ ਚ ਤੁਮਾਂ ਰਿੰਨ ਲੈ, ਆਹ ਫੁੱਟਦੇ ਅੱਖਾਂ ਦੇ ਡੰਠਲ ਚੂਸ ਜਾ, ਵਾਹ ਵਾਹ। ਗੜਕਦੇ ਸਾਹਾਂ ਚ ਤੁਮਾਂ ਰਿੰਨ ਲੈ, ਫੁੱਟਦੇ ਅੱਖਾਂ ਦੇ ਡੰਠਲ ਚੂਸ ਜਾ, ਚੱਬ ਜਾ ਸਾਰਾ ਤਤੂਰਾ ਚੱਬ ਜਾ, ਵਟ ਲੈ ਰੱਸੇ ਗਲੋ ਦੇ ਵਟ ਲੈ, ਸਾਂਭ ਲੈ ਸਾਰੀ ਕੁੜੱਤਨ ਸਾਂਭ ਲੈ, ਸਾਂਭ ਲੈ ਸੰਗਚੂਰ ਫਨੀਅਰ ਖੱਪਰੇ, ਵਾਹ ਸਾਂਭ ਲੈ ਸੰਗਚੂਰ ਫਨੀਅਰ ਖੱਪਰੇ, ਕੋਡੀਆਂ ਵਾਲੇ ਪਦਮ ਤੇ ਉੱਡਨੇ, ਦੁਮਚੀਆਂ ਕਿਰਲੀ ਦੀਆਂ ਠੂਹੇ ਦੀਆਂ, ਦੁਮਚੀਆਂ ਕਿਰਲੀ ਦੀਆਂ ਠੂਹੇ ਦੀਆਂ, ਸਾਂਭ ਲੈ ਸਾਰੀ ਕੁੜੱਤਨ ਸਾਂਭ ਲੈ, ਵਾਹ। ਸਾਂਭ ਲੈ ਸਾਰੀ ਕੁੜੱਤਨ ਸਾਂਭ ਲੈ, ਕਿਉਂ ਜੇ ਹਲਵਾਈ ਚੱਕਾ ਚੰਦਰਾ, ਜੀਭ ਦੇ ਚਸਕੇ ਤੋਂ ਸਾਨੂੰ ਵਾਰ ਕੇ,
ਸਾਡੀਆਂ ਲੋੜਾਂ ਦਾ ਖੋਇਆ ਮਾਰ ਕੇ, ਮਿੱਧ ਕੇ ਗੰਨੇ ਤੇ ਗੁੜ ਨੂੰ ਰੱਦ ਕੇ, ਆ ਰਿਹਾ ਜੇ ਫਿਰ ਸ਼ਨੀਨੀ ਲੱਗ ਵਾਹ ਸਾਂਭ ਲੈ ਸਾਰੀ ਕੁੜੀ ਸਾਂਭ ਲੈ। ਵਾਹ 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 ਵਾਹ, ਬਹੁਤ ਬਹੁਤ ਖੂਬ ਜੀ, ਬਹੁਤ ਆਲਾ। ਬਹੁਤ ਬੜੀ ਮੁਹੱਬਤ ਨਾਲ। ਅੱਛਾ, ਕੁਝ ਬੋਲੀਆਂ ਤਾਂ ਇੱਕ ਦੋ ਵੈਸੇ ਤੁਹਾਡੇ ਕੋਲ ਸੁਣੀਆਂ ਤੇ ਐ ਸਨ, ਮੈਂ ਤੁਸੀਂ ਬਹੁਤ ਸਾਰੇ ਲਿਖਦੇ, ਲੇਕਿਨ ਇੱਕ ਦੋ ਬੋਲੀਆਂ ਬੜੀਆਂ ਤੁਹਾਡੀਆਂ ਦੋਸਤਾਂ 'ਚ ਮਸ਼ਹੂਰ ਸਨ। ਬੋਲੀਆਂ ਤੇ ਖੈਰ ਉਸ ਤਰੀਕੇ ਨਾਲ ਮੈਨੂੰ ਯਾਦ ਰਹਿੰਦੀਆਂ ਨੇ, ਨਾ ਮੈਂ ਕਦੀ ਲਿਖੀਆਂ ਨੇ। ਜੀ ਜੀ। ਮੇਰਾ ਦੋਸਤਾਂ ਨਾਲ ਸਾਥ, ਕੁਝ ਦੋਸਤਾਂ ਨਾਲ ਮੈਦਾਨ ਨੇ, ਤਾਰਾ ਸਰਾਹ ਦੀਆਂ ਬੋਲੀਆਂ ਬਹੁਤ ਅੱਛੀਆਂ ਨੇ। ਹਾਂਜੀ, ਉਹਨਾਂ ਦੀਆਂ ਬੋਲੀਆਂ ਜਿਹੜੀਆਂ ਨੇ ਉਹਨੂੰ ਕਰਦੇ, ਇੰਜੋਏ ਕਰਦੇ ਰਹਿੰਦੇ ਆ। ਉਹ ਕੱਲ ਮੈਂ ਇੱਕ ਦੋਸਤ ਨੂੰ ਸੁਣਾਈ ਜੀ ਉਹਨਾਂ ਦੀ, ਕਿ ਸਾਡਾ ਉਮਰਾਂ ਦਾ ਲੱਥੇ ਹੱਥ ਕਿਵਾਂ ਤੇਰੇ ਨਾਲ ਗੱਲ ਕਰਕੇ, ਤੇ ਉਹ ਮੈਂ ਥੱਲੇ ਨਾਮ ਹੀ ਲਿਖ ਦਿੱਤਾ ਨਾ। ਤੇ ਮੈਂ ਕਿਹਾ ਯਾਰ, ਕਿਉਂਕਿ ਮੈਂ ਖੁਦ ਸ਼ਾਇਰ ਹਾਂ, ਮੈਨੂੰ ਤਕਲੀਫ ਹੁੰਦੀ ਹੈ ਕਿ ਸ਼ਾਇਰ ਦਾ ਨਾਂ ਲੋਕ ਪੁੱਛਦੇ ਫਿਰ ਪਹਿਲਾਂ ਸ਼ਾਇਰ ਦਾ ਨਾਂ ਤੇ ਫਿਰ ਸਿੰਗਰ ਦਾ ਨਾਂ। ਤੇ ਬਿਲਕੁਲ ਜੀ, ਔਰ ਇਹ ਬੋਲੀ ਸੁਣ ਕੇ ਵੀ ਥਕੇਵਾਂ ਲੱਥ ਜਾਂਦਾ ਹੈ। ਵੀ ਅਸੀਂ ਤਾਰਾ ਸਰਾਹ ਨੂੰ ਵੀ ਲੈ ਰਹੇ ਹਾਂ ਜੀ, ਔਰ ਸਾਬਰ ਨਾਜ਼ਰ ਨੂੰ ਵੀ। ਇਹ ਸਿਲਸਿਲਾ ਜਿਹੜਾ ਜਾਰੀ ਰਹਿਣਾ ਕਿ ਇੱਕ ਸੀਨੀਅਰ ਸ਼ਾਇਰ, ਇੱਕ ਨਵੀਂ ਆਵਾਜ਼ ਜਿਹੜੀ ਜਿਸ ਤਰ੍ਹਾਂ ਅਲੀ ਜੋਸ਼ਾ ਦੀ ਨਵੀਂ ਔਰ ਮੁਕੰਮਲ ਆਵਾਜ਼, ਤੇ ਇਹ ਇੱਕ ਸਿਲਸਿਲਾ ਕੀਤਾ ਹੈ ਕਿ ਇਸ ਤਰ੍ਹਾਂ ਕਰਦੇ ਰਹੀਏ। ਮੈਨੂੰ ਕਿਸੇ ਨੇ ਕਿਹਾ ਕਿ ਜਿਹੜੇ ਦੋਸਤ ਤੋਂ ਲੋਕਾਂ ਨੂੰ ਮਿਲਾ ਕੇ ਖੁਸ਼ ਹੋਣਾ ਹੈ, ਉਹਨਾਂ ਨੂੰ ਆਨਲਾਈਨ ਲਿਆ ਕਰ ਤਾਂ ਕਿ ਪੂਰਾ ਜੱਗ ਵੇਖੇ। ਤੇ ਮੈਨੂੰ ਮਾਣ ਹੁੰਦਾ ਹੈ ਕਿ ਨਸੀਰ ਸਾਹਿਬ ਨਾਲ ਮੇਰਾ ਵਕਤ ਗੁਜ਼ਰਿਆ ਹੈ, ਅਲੀ ਜੋਸ਼ਾ ਮੇਰਾ ਛੋਟਾ ਵੀਰ ਹੈ। ਤੇ ਮੈਂ ਚਾਹਾਂਗਾ ਕਿ ਜਿਹੜਾ ਵਕਤ ਸਾਡੇ ਕੋਲ ਹੋਰ ਹੈਗਾ 7-8 ਮਿੰਟ, ਉਹ ਨਸੀਰ ਸਾਹਿਬ ਕੋਲ ਹੋਰ ਕੋਈ ਚੀਜ਼ ਸੁਣੀਏ, ਤਾਂ ਕਿ ਸੁਣਨ ਵਾਲੇ ਦੋਸਤ ਬੜਾ ਮਜ਼ਾ ਲੈ ਰਹੇ ਨੇ। ਤੇ ਉਹ ਕਹਿ ਵੀ ਰਹੇ ਨੇ ਕਿ ਦੋਵੇਂ ਸ਼ਾਇਰ ਬੜੇ ਮਜ਼ੇਦਾਰ ਸ਼ਾਇਰੀ ਸੁਣਾ ਰਹੇ ਨੇ, ਬੜੀ ਕਮਾਲ, ਤੇ ਇਹਨਾਂ ਨੂੰ ਵੱਖੋ ਵੱਖ ਲਵੋ। ਤੇ ਅਸੀਂ ਇੱਕ ਇੱਕ ਪ੍ਰੋਗਰਾਮ ਤੁਹਾਡੇ ਫਿਰ ਵੀ ਕਰਨਾ ਹੈ, ਲਹਿਦਾ ਇਨਸ਼ਾਅੱਲਾ ਜੀ। ਜ਼ਰੂਰ ਜੀ, ਲੇਕਿਨ ਜ਼ਰੂਰ। ਅਲੀ ਜੋਸ਼ਾ ਦਾ ਕਾਰੋਬਾਰ ਅੱਜ ਕੱਲ੍ਹ ਬੜਾ ਰੂਜ ਤੇ ਵੇ। ਬਸ ਦੁਆ ਕਰੋ ਜੀ। ਜ਼ਰੂਰ ਜੀ। ਨਸੀਰ ਭਾਈ, ਕੋਈ ਹੋਰ ਚੀਜ਼ ਸਰ ਸਾਂਝੀ ਕਰੋ ਜੀ। ਗਜ਼ਲ ਦੇ ਕੁਛ ਸ਼ੇਰ ਜਿਹੜੇ ਨਾ ਹੋਰ ਵੀ ਸੁਣਾ ਦੇਣਾ। ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਡੋਰ ਦਾ ਦੂਜਾ ਸਿਰਾ ਮੈਂ ਆਪ ਨਾ ਹੋਵਾਂ ਕਿਤੇ। ਵਾਹ ਵਾਹ ਵਾਹ, ਡੋਰ ਦਾ ਦੂਜਾ ਸਿਰਾ ਕਿਤੇ ਮੈਂ ਆਪ ਨਾ ਹੋਵਾਂ ਕਿਤੇ। ਵਾਹ ਵਾਹ, ਫਿਰ ਪੜੋ ਜੀ ਜ਼ਰਾ। ਐਵੇਂ ਗੁੰਝਲ ਵਿੱਚ ਪੈ ਕੇ ਫੇਰ ਨਾ ਰੋਵਾਂ ਕਿਤੇ, ਡੋਰ ਦਾ ਦੂਜਾ ਸਿਰਾ ਮੈਂ ਆਪ ਨਾ ਹੋਵਾਂ ਕਿਤੇ, ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਯਾਦ ਰੱਖੀ ਕੱਲ ਵੀ ਮੈਂ ਇਹ ਭਾਰ ਨਾ ਢੋਵਾਂ ਕਿਤੇ। ਵਾਹ ਵਾਹ ਵਾਹ, ਅੱਜ ਮੇਰੇ ਮੋਢਿਆਂ ਤੇ ਧਰ ਲੈ ਸੂਰਜ ਸ਼ਾਮ ਤੱਕ, ਯਾਦ ਰੱਖੀ ਕੱਲ ਵੀ ਮੈਂ ਇਹ ਭਾਰ ਨਾ ਢੋਵਾਂ ਕਿਤੇ, ਤੂੰ ਚਿਰਾਗ ਇਬਨੇ ਚਿਰਾਗ ਇਬਨੇ ਚਿਰਾਗੇ ਬਚ ਜਾ। ਵਾਹ ਵਾਹ, ਤੂੰ ਚਿਰਾਗ ਇਬਨੇ ਤੂੰ ਚਿਰਾਗ ਇਬਨੇ ਚਿਰਾਗ ਇਬਨੇ ਚਿਰਾਗੇ ਬਚ ਜਾ, ਫੇਰ ਜੋ ਪੁੱਦਾ ਫਿਰੇਗਾ ਆਪਣੀਆਂ ਲੋਵਾਂ ਕਿਤੇ। ਵਾਹ ਵਾਹ, ਫੇਰ ਜੋ ਗਿਰਦਾ ਫਿਰੇਗਾ ਆਪਣੀਆਂ ਲੋਵਾਂ ਕਿਤੇ। ਔਰ ਐਤਕੀ ਤੇ ਢੀਂਗਰੀ ਨੂੰ ਵੇਖਿਆ ਗੁਲਦਾਨ ਵਿੱਚ, ਐਤਕੀ ਤੇ ਢੀਂਗਰੀ ਨੂੰ ਵੇਖਿਆ ਗੁਲਦਾਨ ਵਿੱਚ, ਵੇਲ ਮਿਲ ਜਾਵੇ ਤੇ ਅੱਖਾਂ ਬੈਠ ਕੇ ਧੋਵਾਂ ਕਿਤੇ। ਵੇਲ ਮਿਲ ਜਾਵੇ ਤੇ ਅੱਖਾਂ ਬੈਠ ਕੇ ਧੋਵਾਂ ਕਿਤੇ, ਡੋਰ ਦਾ ਦੂਜਾ ਸਿਰਾ ਮੈਂ ਆਪ ਨਾ ਹੋਵਾਂ ਕਿਤੇ। ਵਾਹ 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 ਵਾਹ, ਬਹੁਤ ਖੂਬ ਸਰ, ਬਹੁਤ ਖੂਬ ਜੀ। ਤੇ ਅਸੀਂ ਇੱਕ ਚੀਜ਼ ਤੁਹਾਡੇ ਕੋਲ ਹੋਰ ਸੁਣਨੀ ਹੈ, ਜਿੰਨਾ ਟਾਈਮ ਹੈਗਾ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਦਰਮਿਆਨ 'ਚ ਇੱਕ ਚੀਜ਼ ਅਲੀ ਜੋਸ਼ਾ ਕੋ ਸੁਣ ਲਈਏ। ਜੀ ਜ਼ਰੂਰ ਜੀ ਜ਼ਰੂਰ। ਆਖਰੀ ਸ਼ਾਇਦ ਉਸਤਾਦੇ ਮੋਹਤਮ ਫਿਰ ਸੁਣਾਉਣ ਤਾਂ ਕਿ ਅਗਲੇ ਪ੍ਰੋਗਰਾਮ ਦਾ ਕੋਈ ਅਸੀਂ ਸਿਲਸਿਲਾ ਬਣਾਈਏ। ਜੀ ਜੋਸ਼ਾ ਭਾਈ। ਜੀ ਜੀ, ਮੈਂ ਸੁਣਾਣਾ। ਜੇ ਹੋਵੇ ਬੀਜਿਆ ਕੁਝ ਤੇ ਮੈਂ ਫਲ ਕੋਈ ਦੂਸਰਾ ਗਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਜੇ ਹੋਵੇ ਬੀਜਿਆ ਕੁਝ ਤੇ ਮੈਂ ਫਲ ਕੋਈ ਦੂਸਰਾ ਗਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਯਾਨੀ ਇਹ ਬੋੜ ਪਿੱਪਲ ਵੀ ਜੇ ਦੇਵਨ ਤੱਤੀਆਂ ਛਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਇਹ ਮੁੱਲਾ ਮਿੰਬਰੀ ਬਹਿ ਕੇ ਧਰਮ ਦੀ ਗੱਲ ਨਹੀਂ ਕਰਦਾ, ਤੇ ਮਸਲਕ ਫੋਲਦਾ ਰਹਿੰਦਾ। ਇਹ ਮੁੱਲਾ ਮਿੰਬਰੀ ਬਹਿ ਕੇ ਧਰਮ ਦੀ ਗੱਲ ਨਹੀਂ ਕਰਦਾ, ਤੇ ਮਸਲਕ ਫੋਲਦਾ ਰਹਿੰਦਾ। ਫਿਰ ਅੱਗੋਂ ਕਾਫਰਾ ਆਖੇ ਜੇ ਹੱਕ ਦੀ ਗੱਲ ਨੂੰ ਸਮਝਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਇਹ ਮੰਨਿਆ ਭੁੱਖ ਹੀ ਹੁੰਦੀ ਏ ਜੜ ਸਭੇ ਬੁਰਾਈਆਂ ਦੀ, ਤੇ ਚਾਰਾ ਕਿਉਂ ਨਹੀਂ ਕਰਦਾ।
ਆਹਾ ਇਹ ਮੰਨਿਆ ਭੁੱਖ ਹੀ ਹੁੰਦੀ ਏ ਜੜ ਸਭੇ ਬੁਰਾਈਆਂ ਦੀ, ਤੇ ਚਾਰਾ ਕਿਉਂ ਨਹੀਂ ਕਰਦਾ। ਜੇ ਨੰਗ ਬੰਦਿਆਂ ਦੇ ਨਾ ਵੇਖਾਂ, ਤੇ ਕਬਰੀ ਚਾਦਰਾਂ ਪਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ 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 ਇਹ ਮੰਨਿਆ ਭੁੱਖ ਹੀ ਹੁੰਦੀ ਏ ਜੜ ਸਭੇ ਬੁਰਾਈਆਂ ਦੀ, ਤੇ ਚਾਰਾ ਕਿਉਂ ਨਹੀਂ ਕਰਦਾ। ਜੇ ਨੰਗ ਬੰਦਿਆਂ ਦੇ ਨਾ ਵੇਖਾਂ, ਤੇ ਕਬਰੀ ਚਾਦਰਾਂ ਪਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ ਸ਼ਹਾਦਤ ਕਿਸ ਨੂੰ ਲੱਭੀ ਏ, ਜਨਮੀ ਕੌਣ ਹੋਇਆ ਏ, ਇਹ ਗੁੰਝਲ ਕੌਣ ਖੋਲੇਗਾ। ਵਾਹ ਸ਼ਹਾਦਤ ਕਿਸ ਨੂੰ ਲੱਭੀ ਏ, ਜਨਮੀ ਕੌਣ ਹੋਇਆ ਏ, ਇਹ ਗੁੰਝਲ ਕੌਣ ਖੋਲੇਗਾ। ਜੇ ਇਹਨਾਂ ਮਜ਼ਹਬੀਆਂ ਪਿੱਛੇ ਜੂ ਲੱਗ ਕੇ ਗਰਦਨਾਂ ਲਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ ਸ਼ਹਾਦਤ ਕਿਸ ਨੂੰ ਲੱਭੀ ਏ, ਜਨਮੀ ਕੌਣ ਹੋਇਆ ਏ, ਇਹ ਗੁੰਝਲ ਕੌਣ ਖੋਲੇਗਾ। ਜੇ ਇਹਨਾਂ ਮਜ਼ਹਬੀਆਂ ਪਿੱਛੇ ਜੂ ਲੱਗ ਕੇ ਗਰਦਨਾਂ ਲਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਔਰ ਮੈਂ ਹੱਕ ਦੀ ਗੱਲ ਕਰਦਾ ਸਾਂ, ਮੈਂ ਹੱਕ ਦੀ ਗੱਲ ਕੀਤੀ ਏ, ਤੇ ਹੱਕ ਦੀ ਗੱਲ ਕਰਨੀ ਹੈ। ਵਾਹ ਮੈਂ ਹੱਕ ਦੀ ਗੱਲ ਕਰਦਾ ਸਾਂ, ਤੇ ਹੱਕ ਦੀ ਗੱਲ ਕੀਤੀ ਏ, ਮੈਂ ਹੱਕ ਦੀ ਗੱਲ ਕਰਨੀ ਹੈ। ਮੇਰੇ ਜੇ ਹੱਕ ਆਖਣ ਤੇ ਕਿਸੇ ਦੀਆਂ ਸੁਜੀਆਂ ਥਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ ਮੈਂ ਹੱਕ ਦੀ ਗੱਲ ਕਰਦਾ ਸਾਂ, ਤੇ ਹੱਕ ਦੀ ਗੱਲ ਕੀਤੀ ਏ, ਮੈਂ ਹੱਕ ਦੀ ਗੱਲ ਕਰਨੀ ਹੈ। ਮੇਰੇ ਜੇ ਹੱਕ ਆਖਣ ਤੇ ਕਿਸੇ ਦੀਆਂ ਸੁਜੀਆਂ ਥਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ ਔਰ ਮਕਤਾ ਅਰਜ਼ਾ ਜੀ ਕਿ ਤੁਸੀਂ ਕੁਝ ਦੱਸਦੇ ਹੋ ਲੋਕੋ, ਕਿ ਜੋਸ਼ਾ ਕੂੜ ਕਹਿੰਦਾ ਏ, ਜਾਂ ਇਹਦੇ ਵਹਿਣ ਨਹੀਂ ਬਣਦੇ। ਕੀ ਬਾਤ ਹੈ। ਤੁਸੀਂ ਕੁਝ ਦੱਸਦੇ ਹੋ ਲੋਕੋ, ਕਿ ਜੋਸ਼ਾ ਕੂੜ ਕਹਿੰਦਾ ਏ, ਜਾਂ ਇਹਦੇ ਵਹਿਣ ਨਹੀਂ ਬਣਦੇ। ਮੈਂ ਬੱਚੇ ਪੜ੍ਹਨ ਲਈ ਭੇਜਾਂ, ਤੇ ਲਾਸ਼ਾਂ ਲੈ ਕੇ ਘਰ ਆਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ ਤੁਸੀਂ ਕੁਝ ਦੱਸਦੇ ਹੋ ਲੋਕੋ, ਕਿ ਜੋਸ਼ਾ ਕੂੜ ਕਹਿੰਦਾ ਏ, ਜਾਂ ਇਹਦੇ ਵਹਿਣ ਨਹੀਂ ਬਣਦੇ। ਮੈਂ ਬੱਚੇ ਪੜ੍ਹਨ ਲਈ ਭੇਜਾਂ, ਤੇ ਲਾਸ਼ਾਂ ਲੈ ਕੇ ਘਰ ਆਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਜੇ ਹੋਵੇ ਬੀਜਿਆ ਕੁਝ ਤੇ ਮੈਂ ਫਲ ਕੋਈ ਦੂਸਰਾ ਗਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਯਾਨੀ ਇਹ ਬੋੜ ਪੀਪਲ ਵੀ ਜੇ ਦੇਵਨ ਤੱਤੀਆਂ ਛਾਵਾਂ, ਤੇ ਕੀ ਮੈਂ ਵਹਿਣ ਨਾ ਪਾਵਾਂ। ਵਾਹ 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 ਬਹੁਤ ਅੱਛੇ ਜੋਸ਼ਾ ਜੀ। ਤੁਸੀਂ ਵਕਤ ਦਾ ਇੱਕ ਖਾਣਾ ਤੁਸੀਂ ਪੜ੍ਹਿਆ, ਔਰ ਮੈਂ ਸਮਝਦਾ ਕਿ ਬੁੱਲੇ ਸ਼ਾਹ ਦੀ ਸੁਚਿਆਰੀ ਦੇ ਤੁਸੀਂ ਵਾਰਸ ਹੋ। ਔਰ ਇਹ ਲਾਹੌਰ 'ਚ ਜੋ ਆਵਾਜ਼ ਇਸ ਵੇਲੇ ਸ਼ਾਇਰੀ ਕੀਤੀ ਜਾ ਰਹੀ ਹੈ, ਬਹੁਤ ਸੋਹਣਾ ਕਲਾਮ ਤੁਸੀਂ ਪੜ੍ਹਿਆ, ਲੋਕਾਂ ਨੂੰ ਬੜਾ ਪਸੰਦ ਆ ਰਿਹਾ, ਦੋਸਤਾਂ ਨੂੰ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਈਦ ਤੋਂ ਫੌਰਨ ਬਾਅਦ ਤੁਹਾਨੂੰ ਦੁਬਾਰਾ ਅਸੀਂ ਤੁਹਾਡੇ ਕੋਲ ਵਕਤ ਲਈਏ, ਔਰ ਤੁਹਾਨੂੰ ਤੇ ਨਸੀਰ ਸਾਹਿਬ ਨੂੰ ਵੱਖੋ ਵੱਖ ਇੱਕ ਵਾਰੀ ਵੱਖੋ ਵੱਖ ਕਰੀਏ ਨਾ, ਪ੍ਰੋਗਰਾਮ ਵੱਖੋ ਵੱਖ ਕਰੀਏ। ਤੇ ਜੀ 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 ਹੁਣ ਨਸੀਰ ਸਾਹਿਬ ਨੂੰ ਖਾਸ ਤੇ ਕਿ ਜਿਹੜਾ ਸਾਡੇ ਕੋਲ ਬਾਕੀ ਵਕਤ ਬਚਿਆ ਹੈ, ਉਹ ਉਸਤਾਦ ਜੀ ਕੁਝ ਕਲਾਮ ਹੋਰ ਸਾਂਝਾ ਕਰਨ, ਤੇ ਜਿਹੜਾ ਉਹਨਾਂ ਨੂੰ ਯਾਦ ਹੈ, ਜਿਹੜਾ ਬਾਰਿਸ਼ ਨਹੀਂ ਲੱਭ ਸਕਿਆ ਸਾਨੂੰ, ਉਹ ਅਗਲੀ ਜਿਹੜੀ ਸੁਣਨਾ ਹੈ। ਜੀ ਮੈਂ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਸਾਰੇ ਦੋਸਤ ਜਿਹੜੇ ਦੇਖਦੇ ਨੇ, ਉਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ। ਇੱਕ ਚੁਮਿਸਰਾ ਔਰ गजल के 2-3 शेर बस जी। कि ऐसी अड़ी ते अड़ी भी की जिन्नू जान लबा ते अड़ी ना रोक सके। वाह वाह वाह। ऐसी अड़ी ते अड़ी भी की जिन्नू जान लबा ते अड़ी ना रोक सके। घड़ी घड़ी ओ घड़ी वहाउंदा है जिन्नू जान दी घड़ी ना रोक सके। घड़ी घड़ी ਉਹ ਘੜੀ ਵਹਾਉਂਦਾ ਏ ਜਿਹਨੂੰ ਜਾਣ ਦੀ ਘੜੀ ਨਾ ਰੋਕ ਸਕੇ। ਇਹਨਾਂ ਜਿਹੜਾ ਵਧੇਰਾ ਵੀ ਕਿਸ ਕਾਰੇ ਬਾਹ ਵੱਧ ਕੇ ਫੜੀ ਨਾ ਰੋਕ ਸਕੇ। ਇਹਨਾਂ ਜਿਹੜਾ ਵਧੇਰਾ ਵੀ ਕਿਸ ਕਾਰੇ ਬਾਹ ਵੱਧ ਕੇ ਫੜੀ ਨਾ ਰੋਕ ਸਕੇ। ਉਹਨੇ ਬੱਦਲ ਵਹਾਇਆ ਖਲੋਵਣਾ ਏ ਜਿਹਨੂੰ ਅੱਖ ਦੀ ਝੜੀ ਨਾ ਰੋਕ ਸਕੇ। ਵਾਹ 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 ਵਾਹ। ਉਹਨੇ ਬੱਦਲ ਵਹਾਇਆ ਰੋਕਣਾ, ਕੀ ਬਾਤ ਹੈ, ਜਿਹਨੂੰ ਅੱਖ ਦੀ ਝੜੀ ਨਾ ਰੋਕ ਸਕੇ। ਵਾਹ ਬਦਲ ਦੇ ਕੁਛ ਸ਼ੇਰ ਜੀ ਵਾਹ। ਆਪਣੀ ਥਾਂ ਤੋਂ ਹੋਰ ਕੁਝ ਨਹੀਂ, ਭੋਰਾ ਮਾਸਾ ਉਲਟਿਆ। ਆਪਣੀ ਥਾਂ ਤੋਂ ਹੋਰ ਕੁਝ ਨਹੀਂ, ਭੋਰਾ ਮਾਸਾ ਉਲਟਿਆ। ਵਕਤ ਨੇ ਬਸ ਪਰਲੇ ਪਾਸੇ ਉਰਲਾ ਪਾਸਾ ਉਲਟਿਆ। ਵਾਹ 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 ਬਹੁਤ ਅੱਛੇ। ਆਪਣੀ ਥਾਂ ਤੋਂ ਹੋਰ ਕੁਝ ਨਹੀਂ, ਭੋਰਾ ਮਾਸਾ ਉਲਟਿਆ। ਵਕਤ ਨੇ ਬਸ ਪਰਲੇ ਪਾਸੇ ਉਰਲਾ ਪਾਸਾ ਉਲਟਿਆ। और हाय मेरे शहर दे मासूम लोकां दा परम। हाय मेरे शहर दे मासूम लोकां दा परम। हंजुआं दा हड़ सी मैं जिस दा भी हासा उल्टिया। हंजुआं दा
ਹੜ ਸੀ ਮੈਂ ਜਿਸ ਦਾ ਵਿਹਾਸਾ ਉਲਟਿਆ, ਔਰ ਵੇਖਦੇ ਰਹਿ ਜਾਣਗੇ ਸ਼ਾਹੀ ਖਜ਼ਾਨੇ ਦੋਸਤੋ। ਆਹ ਵੇਖਦੇ ਹੀ ਵੇਖਦੇ ਰਹਿ ਜਾਣਗੇ ਸ਼ਾਹੀ ਖਜ਼ਾਨੇ ਦੋਸਤੋ, ਜੇ ਕਿਸੇ ਦਰਵੇਸ਼ ਨੇ ਮਸਤੀ ਚ ਕਾਸਾ ਉਲਟਿਆ। ਵਾਹ ਵਾਹ ਵਾਹ। ਵੇਖਦੇ ਰਹਿ ਜਾਣਗੇ ਸ਼ਾਹੀ ਖਜ਼ਾਨੇ ਦੋਸਤੋ, ਜੇ ਕਿਸੇ ਦਰਵੇਸ਼ ਨੇ ਮਸਤੀ ਚ ਕਾਸਾ ਉਲਟਿਆ। ਔਰ ਜਿਸਮ ਦਾ ਐਵੇਂ ਤੇ ਨਹੀਂ ਤਾਮੀਰ ਹੋ ਜਾਂਦਾ ਮਹਲ, ਵਾਹ ਜਿਸਮ ਦਾ ਐਵੇਂ ਤੇ ਨਹੀਂ ਤਾਮੀਰ ਹੋ ਜਾਂਦਾ ਮਹਿਲ, ਰੂਹ ਦਾ ਜਾਂਦਾ ਏ ਪਹਿਲੇ ਪੱਖੀ ਵਾਸਾ ਉਲਟਿਆ। ਵਾਹ ਰੂਹ ਦਾ ਜਾਂਦਾ ਏ ਪਹਿਲੇ ਪੱਖੀ ਵਾਸਾ ਉਲਟਿਆ, ਵਾਹ ਆਪਣੀ ਥਾਂ ਤੋਂ ਹੋਰ ਕੁਝ ਨਹੀਂ ਪੋਰਾ ਮਾਸਾ ਉਲਟਿਆ। ਵਕਤ ਨੇ ਬਸ ਪਰਲੇ ਪਾਸੇ ਉਰਲਾ ਪਾਸਾ ਉਲਟਿਆ। ਬਹੁਤ ਸ਼ੁਕਰੀਆ, ਬੜੀ ਮੁਹੱਬਤ ਜੀ। ਬੜੀ ਮੁਹੱਬਤ ਨਸੀਰ ਭਾਈ ਤੁਹਾਡੀ। ਮੈਂ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਕੁਝ ਘੜੀਆਂ ਹੈ ਨੇ, ਮੈਂ ਦੋਨਾਂ ਅੱਜ ਦੇ ਚੇਚੇ ਪ੍ਰਾਹੁਣਿਆਂ ਸ਼ਾਇਰਾਂ ਕੋਲੋਂ ਆਪਣੇ ਇਹਨਾਂ ਦੋਨਾਂ ਜਿਹੜੇ ਪੇਜ ਸਾਡੇ ਨੇ ਔਰ ਤਨਜ਼ੀਮਾਂ ਨੇ, ਪੰਜਾਬੀ ਔਰ ਕੀਮਤੀ ਗੱਲਾਂ, ਜਿਹੜਾ ਅਸੀਂ ਮਿਲ ਕੇ ਇੱਕ ਸਾਂਝ ਬਣਾਈ ਹੈ, ਇਹਦੇ ਬਾਰੇ ਜ਼ਰੂਰ ਤੁਹਾਡੇ ਵਿਚਾਰ ਲਵਾਂ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਯਕੀਨ ਤੁਹਾਡੇ ਦੋਸਤਾਂ ਦੀ ਹਲਾਸ਼ੇਰੀ ਨਾਲੇ, ਔਰ ਇਹਦੇ ਤੇ ਪੂਰੀ ਦੁਨੀਆ ਭਰ ਤੋਂ ਅਸੀਂ ਪੰਜਾਬੀ ਦੇ ਲੋਕ ਲੱਭ ਕੇ ਹੁਣੇ ਬਲੀਹਾਰ ਲਹਿਲ ਸਾਹਿਬ ਅਮਰੀਕਾ 'ਚ ਚਲਾ ਰਹੇ ਨੇ ਪੰਜਾਬੀ ਲਿਖਾਰੀ ਸਭਾ ਸਿਆਟਲ 'ਚ। ਉਹ ਕਹਿ ਰਹੇ ਨੇ ਜੋਸ਼ਾ ਨੇ ਸੱਚ ਬੋਲਿਆ। ਤੁਹਾਡੀ ਪਿਛਲੀ ਜਿਹੜੀ ਕਲਾਮ ਸੀ ਉੱਤੇ ਆਇਆ ਕਮੈਂਟ, ਤੇ ਦੁਨੀਆ ਪੂਰੀ ਜੁੜਦੀ ਇਸ ਪ੍ਰੋਗਰਾਮ ਨਾਲ। ਅਸੀਂ ਚਾਹਾਂਗੇ ਕਿ ਦੋਵੇਂ ਸਾਡੇ ਪ੍ਰਾਹੁਣੇ ਇੱਕ ਇੱਕ ਆਪਣਾ ਵਿਚਾਰ ਸਾਂਝਾ ਕਰਨ ਆਪਣੇ ਸੁਣਨ ਵਾਲਿਆਂ ਦੇ ਹਵਾਲੇ ਨਾਲ ਪੰਜਾਬੀ ਕਾ ਤੇ ਕੀਮਤੀ ਗੱਲਾਂ ਦੇ ਲਈ। ਜੀ ਜੋਸ਼ਾ ਜੀ ਪਹਿਲਾਂ ਤੁਸੀਂ, ਔਰ ਫਿਰ ਉਸਤਾਦ ਬੋਕਰ। ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਕਾ ਔਰ ਕੀਮਤੀ ਗੱਲਾਂ ਔਰ ਇਹਨਾਂ ਦੀ ਸਾਂਝ ਨਾਲ ਜੋ ਇਸ ਘੁੱਟਣ ਦੇ ਔਰ ਇਸ ਕਰੋਨਾਈ ਮਾਹੌਲ ਦੇ ਵਿੱਚ ਲੋਕ ਆਪਣਾ ਆਪਣੇ ਅੰਦਰੋਂ ਅੰਦਰੀ ਵੜ ਕੇ ਔਰ ਸਮਝੋ ਕਿ ਅਕਲਾਪੇ ਦਾ ਸ਼ਿਕਾਰ ਹੋ ਗਏ ਨੇ, ਔਰ ਇਹ ਬਹੁਤ ਵੱਡਾ ਕੰਮ ਹੈ ਜੀ। ਮੇਰੇ ਵੱਲੋਂ ਮੁਬਾਰਕਬਾਦ ਸਾਰੇ ਦੋਸਤਾਂ ਨੂੰ, ਖਾਸ ਕਰਕੇ ਰਵਿੰਦਰ ਸਾਹਿਬ ਨੂੰ ਔਰ ਤੁਹਾਨੂੰ ਆਜ਼ਮ ਮਲਿਕ ਸਾਹਿਬ ਜੀ, ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਸ ਮਾਹੌਲ ਦੇ ਵਿੱਚ, ਇਹ ਵੀ ਨੇਕੀ ਦਾ ਔਰ ਭਲਾਈ ਦਾ ਕੰਮ ਹੈ। ਔਰ ਸਿਰਫ ਅਸੀਂ ਦੋ ਨਸੀਰ ਸਾਹਿਬ ਔਰ ਤੁਸੀਂ ਅਸੀਂ ਚਾਰ ਦੋਸਤ ਜਿਹੜੇ ਮਿਲ ਕੇ ਨਹੀਂ, ਬਲਕਿ ਇਸ ਟਾਈਮ ਚਾਹਦਾ ਲੈਂਦਾ ਔਰ ਹੋਰ ਵੀ ਸਾਰੇ ਬਹੁਤ ਸਾਰੇ ਦੋਸਤ ਜਿੱਥੇ ਪੰਜਾਬੀ ਉਰਦੂ ਲਿਖੀ ਪੜ੍ਹੀ ਬੋਲੀ ਜਾਂਦੀ ਹੈ ਉਹ ਸਾਰੇ ਦੋਸਤ ਸੁਣ ਰਹੇ, ਸਾਰ ਸਾਂਝ ਹੋ ਰਹੀ ਹੈ। ਲਿਹਾਜ਼ਾ ਮੈਂ ਸਮਝਣਾ ਕਿ ਬਹੁਤ ਬਹੁਤ ਵੱਡਾ ਕੰਮ ਹੈ, ਔਰ ਇਹਦੇ ਲਈ ਤੁਸੀਂ ਵਾਕਈ ਬਹੁਤ ਮੁਬਾਰਕਬਾਦ ਤੇ ਮੁਸ਼ਤਿਕ ਹੋ, ਔਰ ਸਲਾਮਤ ਰਹੋ, ਔਰ ਇਸ ਤਰ੍ਹਾਂ ਦੀ ਸਾਂਝ ਬਣਾਉਂਦੇ ਰਹੋ ਤਾਂ ਕਿ ਇਹ ਜਿਹੜੇ ਸਾਡੇ ਦੋਸਤ ਨੇ ਲਿਖਾਰੀ ਭਰਾ ਨੇ ਇਹ ਜਲਦੀ, ਕਿਉਂਕਿ ਖਿਲਾਫੇ ਦੇ ਜਲਦੀ ਸ਼ਿਕਾਰ ਹੋ ਜਾਂਦੇ। ਹਸਾਸ ਕੌਮ ਹੈ, ਹਸਾਲ ਲੋਕ ਨੇ, ਔਰ ਇਹ ਤੁਸੀਂ ਇਹਨਾਂ ਵਾਸਤੇ ਨੇਕੀ ਦਾ ਕੰਮ ਕਰਦੇ ਪਏ, ਇਸ ਲਈ ਸਲਾਹਨਯੋਗ ਹੈ ਜੀ। ਸਦਾ ਹਾਸਤੇ ਵਾਸਤੇ ਰਹੋ ਮਿੱਤਰੋ, ਸਲਾਮਤ ਰਹੋ। ਮਿਹਰਬਾਨੀ ਜੀ। ਨਸੀਰ ਭਾਈ ਤੁਸੀਂ ਕੁਝ ਇਹਦੇ ਬਾਰੇ ਕਹਿਣਾ ਚਾਹੋ ਤੇ ਸੁਣਨ ਵਾਲਿਆਂ ਲਈ। ਜੀ ਮੈਂ ਤੇ ਅਰਜ਼ ਕਰਨਾ ਚਾਹੁੰਦਾ ਵਾਂ ਕਿ ਫਨਕਾਰ ਜਿਹੜਾ ਉਹ ਬਹੁਤ ਹਸਾਸ ਆਦਮੀ ਹੁੰਦਾ ਹੈ ਜੀ, ਔਰ ਉਹ ਜਾਂ ਲਿਖਾਰੀ ਜਿਹੜਾ ਉਹਦੇ ਇੱਕ ਆਪਣੀ ਦੁਨੀਆ ਹੁੰਦੀ ਹੈ। ਸੋ ਇਹ ਜਿਹੜੇ ਬਾਕੀ ਹੱਦਾਂ ਨੇ, ਬਾਕੀ ਜਿਹੜੇ ਜ਼ਾਬਤੇ ਨੇ, ਬਾਕੀ ਜਿਹੜੇ ਕਾਇਦੇ ਨੇ, ਉਹ ਕਿਸੇ ਟਾਈਮ ਬਹੁਤ ਬੁਰੀ ਤਰ੍ਹਾਂ ਸਾਨੂੰ ਮਹਿਸੂਸ ਜ਼ਿਆਦਾ ਹੁੰਦੇ ਨੇ ਬਾਕੀਆਂ ਦੇ ਵਿੱਚ। ਸੋ ਜਦੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਨੇ, ਫਿਰ ਇਸ ਤਰ੍ਹਾਂ ਕੋਈ ਖੁਸ਼ਗਵਾਰ ਕੋਈ ਤਾਲੁਕ, ਕੋਈ ਇਸ ਤਰ੍ਹਾਂ ਦਾ ਕੰਮ ਜਿਸ ਤਰ੍ਹਾਂ ਪੰਜਾਬੀ ਕਾ ਕਰ ਰਿਹਾ ਕੋਈ ਕਰਦਾ, ਤੇ ਉਹਦਾ ਵੀ ਫਿਰ ਤਾਸੁਰ ਓਨਾ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ, ਓਨਾ ਹੀ ਖੁਸ਼ਗਵਾਰ ਤਾਸੁਰ ਆਉਂਦਾ ਹੈ, ਓਨੀ ਜਿਹੜਾ ਮੁਹੱਬਤ ਦਾ ਵਟਾਂਦਰਾ ਕਰਨ ਨੂੰ ਜੀ ਕਰਦਾ ਹੈ। ਸੋ ਠੀਕ ਹੈ, ਜਿੱਦਾਂ ਜੋ ਸ਼ਾਹਰ ਨੇ ਕਿਹਾ ਕਰੋਨਾਈ ਮਾਹੌਲ ਵੀ ਚਲਾ ਜਾਏਗਾ, ਬਾਕੀ ਸਾਰੀਆਂ ਚੀਜ਼ਾਂ ਵੀ ਚਲਾ ਜਾਣਗੀਆਂ, ਲੇਕਿਨ ਪੰਜਾਬੀ ਕਾ ਦਾ ਜਿਹੜਾ ਯੋਗਦਾਨ ਹੈ, ਜਿਹੜਾ ਇਹਨਾਂ ਦੇ ਹਿੱਸੇ ਦਾ, ਜਿਹੜਾ ਆਪਣੇ ਹਿੱਸੇ ਦਾ ਜਿਸ ਤਰ੍ਹਾਂ ਤੁਸੀਂ ਪਾਣੀ ਪਾ ਰਹੇ ਹੋ, ਉਹ ਮੈਨੂੰ ਲੱਗਦਾ ਹੈ ਕਿ ਉਹਦੀ ਲੋੜ ਹਮੇਸ਼ਾ ਤੋਂ ਸੀ, ਔਰ ਤੁਸੀਂ ਉਹਨੂੰ ਮਹਿਸੂਸ ਕੀਤਾ ਔਰ ਉਹਨੂੰ ਕਰ ਰਹੇ ਹੋ, ਇਹ ਬਹੁਤ ਅੱਛਾ ਹੈ ਜੀ। ਬਹੁਤ ਮਿਹਰਬਾਨੀ ਸੀ ਭਾਈ। ਚਾਲੂ ਰਹਿਣਾ ਚਾਹੀਦਾ ਹੈ, ਇਹ ਹਮੇਸ਼ਾ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਇੱਕ ਦੂਜੇ ਕੋਲੋਂ ਅਗਾਹ ਰਹੀਏ, ਇੱਕ ਦੂਜੇ ਨੂੰ ਜਾਣਦੇ ਸਮਝਦੇ ਰਹੀਏ, ਔਰ ਸਾਨੂੰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਵੀ ਔਰ ਜਿਹੜਾ ਲਿਟਰੇਚਰ ਔਰ ਅਦਬੀ ਸੂਰਤ ਹਾਲ ਵੀ ਇੱਕ ਦੂਜੇ ਨੂੰ ਅਸੀਂ ਜਾਣਦੇ ਪੁੱਛਦੇ ਰਹੀਏ। ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ। ਬਹੁਤ ਸ਼ੁਕਰੀਆ ਨਸੀਰ ਭਾਈ। ਮੈਂ ਦੋਸਤਾਂ ਨੂੰ ਦੱਸਣਾ ਚਾਹੁੰਦਾ ਸੁਣਨ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਦਾ ਵਕਤ ਪੂਰਾ ਹੋ ਗਿਆ ਹੈ, ਲੇਕਿਨ ਮੈਂ ਗੱਲ ਕਰਾਂਗਾ ਕਿ ਲਾਹੌਰ ਦੇ ਵਿੱਚ ਮੈਂ ਆਪਣੇ ਬਲਕਿ ਇੱਕ ਸ਼ੇਰ ਨਾਲ ਇਹ ਹਵਾਲਾ ਦੇਣਾ ਚਾਹੁੰਦਾ ਕਿ ਜਦੋਂ ਬੰਦਾ ਮੇਜ਼ਬਾਨ ਹੁੰਦਾ ਤੇ ਫਿਰ ਉਹ ਪਿਛਾ ਰਹਿ ਜਾਂਦਾ ਹੈ, ਤੇ ਮੈਂ ਚਾਹਾਂਗਾ ਕਿ ਇਲਮ ਦਾ ਨਾ ਹੀ ਕੋਈ ਹਿਸਾਬ, ਹਰ ਬੰਦਾ ਇੱਕ ਨਵੀਂ ਕਿਤਾਬ। ਵਾਹ 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 ਵਾਹ। ਅੱਜ ਜਿਹੜੇ ਦੋ ਤੁਹਾਨੂੰ ਬੰਦੇ ਸੀ ਮਿਲਾਏ ਨੇ, ਦੋ ਕਿਤਾਬਾਂ, ਔਰ ਇੱਕ ਤੇ ਐਸੀ ਕਿਤਾਬ ਹੈ ਨਸੀਰ ਸਾਹਿਬ ਜਿਹੜੀ ਕਿ ਪਬਲਿਕ ਲਾਇਬ੍ਰੇਰੀ ਹੈ, ਜਿਹੜਾ ਬੰਦਾ ਜਾਏ ਰਹਿਨੁਮਾਈ ਮਿਲਦੀ ਹੈ
ਕਈ ਗਰੁੱਪਾਂ 'ਚ ਅਦਬੀ ਤਰਬੀਅਤ ਕਰਦੇ ਨੇ ਦੋਸਤਾਂ ਦੀ, ਨਵੇਂ ਲੋਕਾਂ ਦੀ। ਔਰ ਜੋ ਮੈਂ ਕੰਮ ਕਰ ਰਿਹਾ ਵਾਂ ਇਸ ਵੇਲੇ ਡਿਜੀਟਲ ਜਾਂ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਜੋੜਨ ਦਾ, ਇਹ ਸੱਚੀ ਗੱਲ ਹੈ ਮੈਂ ਇਹਨਾਂ ਦੇ ਦਫ਼ਤਰ ਤੋਂ ਸਿੱਖਿਆ, ਜਿੱਥੇ ਸਾਰਾ ਦਿਨ ਲੋਕ ਆਉਂਦੇ ਰਹਿੰਦੇ ਨੇ ਔਰ ਇੱਕ ਦੂਜੇ ਕੋਲ ਸਿੱਖਦੇ ਰਹਿੰਦੇ। ਇਹਨਾਂ ਕੋਲ ਸਿੱਖਣਾ ਹੀ ਹੈ, ਲੇਕਿਨ ਉੱਥੇ ਇੱਕ ਲਰਨਿੰਗ ਦਾ ਮਾਹੌਲ ਹੁੰਦਾ ਹੈ, ਇੱਕ ਬੈਠਕ ਹੁੰਦੀ ਹੈ। ਤੇ ਮੈਂ ਪਿਛਲੇ ਸਾਲ ਲਾਹੌਰ ਰਿਹਾ, ਪੰਜਾਬੀ ਸੰਗਤ ਦਾ ਸੈਕਟਰੀ ਰਿਹਾ, ਇਹਨਾਂ ਕੋਲੋਂ ਚੀਜ਼ਾਂ ਸਿੱਖੀਆਂ ਔਰ ਅੱਜ ਕੋਸ਼ਿਸ਼ ਕਰਨਾ ਕਿ ਮਾਂ ਬੋਲੀ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂ। ਤੁਹਾਡਾ ਬਹੁਤ ਧੰਨਵਾਦ ਨਸੀਰ, ਤੁਸੀਂ ਵਕਤ ਕੱਢਿਆ, ਇੰਨੀ ਬਾਰਿਸ਼ ਤੁਸੀਂ ਇਕੱਠੇ ਵੀ ਹੋਏ। ਔਰ ਅਲੀ ਜੋਸ਼ਾ ਤੁਹਾਡਾ ਵੀ ਬਹੁਤ ਸ਼ੁਕਰੀਆ, ਕਿਉਂਕਿ ਤੁਹਾਡਾ ਅੱਜ ਕੱਲ੍ਹ ਬਿਜ਼ਨਸ ਬੜਾ ਪੀਕ ਤੇ, ਲੇਕਿਨ ਅਸੀਂ ਤੁਹਾਨੂੰ ਫਿਰ ਕਿਸੇ ਲਈ ਵੀ ਤਕਲੀਫ ਦੇਵਾਂਗੇ। ਤੇ ਮੈਂ ਆਪਣੇ ਸੁਣਨ ਵਾਲਿਆਂ ਕੋਲੋਂ ਇਜਾਜ਼ਤ ਚਾਹਾਂਗਾ ਕਿ ਆਪਣੇ ਮਹਿਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਤੱਕ ਅੱਲਾ ਹਾਫਿਜ਼।